ਕੀਤਾ ਸੀ ਤੁਹਾਡੇ ਨਾਲ। ਸਾਡੀ ਲਾਈਨ ਮਿਲ ਗਈ ਹੈ ਸਿੰਗਾਪੁਰ, ਔਰ ਸਿੰਗਾਪੁਰ ਤੋਂ ਅਮਰਦੀਪ ਸਿੰਘ ਹੋਰੀ ਮੇਰੇ ਨਾਲ ਲਾਈਨ ਤੇ ਆ ਗਏ ਹੈ ਔਰ ਕਰਦੇ ਉਹਨਾਂ ਨਾਲ ਗੱਲਬਾਤ। ਉਹਨਾਂ ਦੀ ਜਿਹੜੀ ਜਰਨੀ ਹੈ, ਜੋ ਉਹਨਾਂ ਨੇ ਫੁੱਟ ਸਟੈਪ ਨੂੰ ਫੋਲੋ ਕੀਤਾ ਗੁਰੂ ਨਾਨਕ ਦੇਵ ਜੀ ਦੇ ਨੂੰ, ਪਹਿਲਾਂ 2 ਕਿਤਾਬਾਂ ਵੀ ਲਿਖ ਚੁੱਕੇ ਹੈ। ਇਹਨਾਂ ਦੀ ਡਾਕੂਮੈਂਟਰੀ ਸੀਰੀਜ਼ ਬਣ ਕੇ ਤਿਆਰ ਹੈ, 14 ਅਕਤੂਬਰ ਨੂੰ ਲਾਂਚ ਹੈ ਉਸਦੀ। ਕਾਫੀ ਕੰਮ ਕਰ ਚੁੱਕੇ ਹੈ, ਲੇਕਿਨ ਹਜੇ ਵੀ ਇੱਕ ਲੰਮਾ ਸਫ਼ਰ ਤੈਅ ਕਰਨਾ ਇਹਨਾਂ ਦਾ ਬਾਕੀ ਹੈ। ਇਹਨਾਂ ਬਾਰੇ ਗੱਲ ਕਰਾਂਗੇ, ਇਹਨਾਂ ਦੇ ਕੰਮ ਬਾਰੇ ਗੱਲ ਕਰਾਂਗੇ ਅਗਲੇ ਪਲਾਂ ਦੇ ਵਿੱਚ। ਲੇਕਿਨ ਆਓ ਇਸ ਤੋਂ ਪਹਿਲਾਂ ਕਿ ਇਹਨਾਂ ਨਾਲ ਗੱਲਬਾਤ ਕਰੀਏ, ਟ੍ਰੇਲਰ ਇਹਨਾਂ ਨੇ ਰਿਲੀਜ਼ ਕਰ ਦਿੱਤਾ ਹੈ ਐਲਗੋਰੀ। ਤੋ ਇਹ ਕੀ ਹੈ, ਇਸ ਦਾ ਇਹਨਾਂ ਦਾ ਮਤਲਬ ਕੀ, ਇਹਨਾਂ ਦਾ ਮਕਸਦ ਸੀ, ਕੀ ਇਹਨਾਂ ਦਾ ਮਿਸ਼ਨ ਸੀ ਕਿ ਅਸੀਂ ਇੱਕ ਐਸਾ ਪ੍ਰੋਜੈਕਟ ਬਣਾਈਏ, ਇੱਕ ਐਸੀ ਦੁਨੀਆ ਨੂੰ ਇਨਫੋਰਮੇਸ਼ਨ ਇਕੱਠੀ ਕਰਕੇ ਦਈਏ ਜਿਹਦੀ ਰਹਿੰਦੀ ਦੁਨੀਆ ਤੱਕ ਰਵੇ। ਇੱਕ ਐਸੀ ਡਾਕੂਮੈਂਟੇਸ਼ਨ ਹੋ ਜਾਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਦੇਖ ਸਕਣ, ਸਮਝ ਸਕਣ ਗੁਰੂ ਨਾਨਕ ਦੇਵ ਜੀ ਦੀ ਉਸ ਜਰਨੀ ਨੂੰ। ਉਹਨਾਂ ਦੀ ਲਾਈਫ ਦੀ ਜਿਹੜੀ ਜਰਨੀ ਹੈ, ਇੰਨਾ ਸੌਖਾ ਨਹੀਂ ਸੀ ਉਸ ਨੂੰ ਫੋਲੋ ਕਰ ਪਾਉਣਾ। ਔਰ ਅੱਜ ਦੇ ਦੌਰ ਦੇ ਵਿੱਚ 100 ਤਰ੍ਹਾਂ ਦੀਆਂ ਰਿਸਟ੍ਰਿਕਸ਼ਨ ਸੀਗੀਆਂ, ਬਾਰਡਰ ਦੇ ਰਿਸਟ੍ਰਿਕਸ਼ਨ, ਕੋਈ ਫਾਈਨੈਂਸ਼ੀਅਲ ਇਸ਼ੂਜ਼, ਕੋਈ ਮੈਨ ਪਾਵਰ, ਬੜਾ ਹੀ ਕੁਛ ਸੀ, ਬਹੁਤ ਕੁਛ ਸੀ, ਪਰ ਇਹਨਾਂ ਨੇ ਕਰ ਦਿਖਾਇਆ ਹੈ। ਹੁਣ ਤੁਹਾਡੇ ਇਹਨਾਂ ਨੂੰ ਹੱਲਾਸ਼ੇਰੀ ਦੀ ਲੋੜ ਹੈ, ਐਪਰੀਸ਼ੀਏਸ਼ਨ ਦੀ ਲੋੜ ਹੈ। ਉਹਦੇ ਲਈ ਕਰਨ ਲੱਗੇ ਗੱਲ ਅਮਰਦੀਪ ਹੋਰੀ। ਅਮਰਦੀਪ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਜਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰਵਾਸੀ ਰੇਡੀਓ ਚੈਨਲ ਦਾ ਜਿਨ੍ਹਾਂ ਨੇ ਮੌਕਾ ਦਿੱਤਾ। ਸਿੰਗਾਪੁਰ ਅੱਜ ਅਜੇ ਲੇਟ ਨਾਈਟ ਹੋ ਗਈ ਹੈ, ਬਟ ਬਹੁਤ ਬਹੁਤ ਥੈਂਕ ਯੂ, ਤੁਸੀਂ ਮੌਕਾ ਦਿੱਤਾ। ਔਰ ਅਮਰਦੀਪ ਹੋਰਾਂ ਬਾਰੇ ਪਹਿਲਾਂ ਤਾਂ ਥੋੜ੍ਹੀ ਜਾਣਕਾਰੀ ਲਈਏ ਕਿ ਇਹਨਾਂ ਦਾ ਪਿਛੋਕੜ ਕੀ ਹੈ ਔਰ ਕਿਉਂ ਇਹਨਾਂ ਦੇ ਮਨ ਦੇ ਵਿੱਚ ਬਲਬਲਾ ਆਇਆ ਕਿ ਇਹ ਕੁਛ ਜੋ ਇਹਨਾਂ ਨੇ ਕਰ ਦਿਖਾਇਆ ਹੈ, ਇਹ ਕਰਨਾ ਚਾਹੁੰਦੇ ਹੈ। ਹਜੇ ਇਹਨਾਂ ਦਾ ਸਫ਼ਰ ਤਾਂ ਥੋੜ੍ਹਾ ਹਿੱਸਾ ਬਾਕੀ, ਉਹਦੀ ਗੱਲ ਬਾਅਦ 'ਚ ਕਰਦੇ ਹਾਂ। ਅਮਰਦੀਪ, ਥੋੜ੍ਹਾ ਆਪਣੇ ਬਾਰੇ ਦੱਸੋ ਪਹਿਲਾਂ। ਮੈਂ ਤੇ ਇੰਡੀਆ ਦੀ ਪੈਦਾਇਸ਼ ਹੈ ਮੇਰੀ, ਗੋਰਖਪੁਰ ਦੀ। ਮੇਰੇ ਪੇਰੈਂਟਸ ਸੀਗੇ ਪਿਛੋਕੜ 47 ਤੋਂ ਪਹਿਲਾਂ ਪਾਕਿਸਤਾਨ, ਕਸ਼ਮੀਰ ਦਾ ਇਲਾਕਾ ਜਿਹੜਾ ਮੁਜ਼ੱਫਰਾਬਾਦ ਦਾ, ਮੇਰੇ ਫਾਦਰ ਉੱਥੇ ਦੇ ਸੀਗੇ, ਮੇਰੀ ਮਦਰ ਐਬਟਾਬਾਦ ਹਜ਼ਾਰਾ ਰੀਜਨ ਦੀ ਸੀਗੀ ਤੇ ਪਾਰਟੀਸ਼ਨ ਦੇ ਟਾਈਮ ਯੂਪੀ ਆ ਗਏ ਸਨ ਤੇ ਮੇਰੀ ਪੈਦਾਇਸ਼ ਉੱਥੇ ਹੋਈ ਹੈ। ਬੋਰਡਿੰਗ ਸਕੂਲ ਦੇ ਅੰਦਰ ਮੈਂ ਐਜੂਕੇਸ਼ਨ ਲਈ ਹੈ, ਦਹਿਰਾਦੂਨ ਸਕੂਲ ਦੇ ਅੰਦਰ। ਉਸ ਤੋਂ ਬਾਅਦ ਮੈਂ ਇੰਜੀਨੀਅਰਿੰਗ ਕੀਤੀ, MBA ਕੀਤੀ ਹੈ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ, ਐਂਡ 25 ਕੁ ਸਾਲ ਮੈਂ ਸਰਵਿਸ ਕੀਤੀ ਹੈ ਡਿਫਰੈਂਟ ਕੰਪਨੀਜ਼ ਦੇ ਅੰਦਰ, ਜਿਹਦੇ ਵਿੱਚੋਂ 21 ਸਾਲ ਮੇਰੀ ਸਰਵਿਸ ਰਹੀ ਹੈ ਅਮਰੀਕਨ ਐਕਸਪ੍ਰੈਸ ਦੇ ਅੰਦਰ, ਜਿਹਦੇ ਅੰਦਰ ਇੰਡੀਆ, ਹਾਂਗਕਾਂਗ ਔਰ ਸਿੰਗਾਪੁਰ ਦੇ ਅੰਦਰ ਸਰਵਿਸ ਕੀਤੀ ਹੈ। ਮੇਰੇ ਜਿਹੜੇ 2014 ਦੇ ਅੰਦਰ ਕਾਰਪੋਰੇਟ ਕਰੀਅਰ ਮੈਂ ਛੱਡ ਕੇ ਕੋਈ ਇਹੋ ਜਿਹਾ ਮਾਹੌਲ ਬਣਿਆ ਜਿਹਦੇ ਅੰਦਰ ਮੇਰੀ ਜੌਬ ਟ੍ਰਾਂਸਫਰ ਹੋਈ ਸੀਗੀ ਸਿੰਗਾਪੁਰ ਤੋਂ ਆਸਟ੍ਰੇਲੀਆ। ਮੈਂ ਡਿਸਾਈਡ ਕੀਤਾ ਮੈਂ ਨਹੀਂ ਜਾਣਾ, ਲੇਕਿਨ ਸ਼ਾਇਦ ਰੱਬ ਨੂੰ ਕੁਝ ਹੋਰ ਮੇਰੇ ਕੋਲ ਕਰਵਾਉਣਾ ਸੀਗਾ। 2014 ਤੋਂ ਲੈ ਕੇ ਹੁਣ ਤੱਕ 7.5 ਸਾਲ ਹੋ ਗਏ ਨੇ। ਇਹੋ ਜਿਹਾ ਇੱਕ ਕਦੀ ਸੋਚਿਆ ਨਹੀਂ ਸੀਗਾ ਰਸਤਾ ਮੈਂ ਅਪਣਾ ਲਾਂਗਾ, ਜਿਹਦੇ ਅੰਦਰ ਅਗਰ ਦੇਖਿਆ ਜਾਏ ਤੇ ਜਿਸ ਮੁਕਾਮ ਤੇ ਅਸੀਂ ਹੁਣ ਪਹੁੰਚੇ ਹਾਂ, ਇਹਦੇ ਅੰਦਰ ਇੱਕ ਆਪਣੀ ਪਰਸਨਲ ਕਹਾਣੀ ਸੀਗੀ। 30 ਸਾਲ ਤੋਂ ਮੈਂ ਤਾਰੀਖ ਪੜ੍ਹ ਰਿਹਾ ਸੀਗਾ, ਮਿਊਜ਼ਿਕ ਦੇ ਅੰਦਰ, ਮਿਊਜ਼ਿਕੋਲੋਜੀ ਦੇ ਅੰਦਰ, ਗੁਰਬਾਣੀ ਦੇ ਅੰਦਰ, ਹਿਸਟਰੀ ਦੇ ਅੰਦਰ, ਕਲਚਰਸ ਦੇ ਅੰਦਰ, ਆਰਟ, ਫੋਟੋਗ੍ਰਾਫੀ ਦੇ ਅੰਦਰ ਵਿਸਰ ਰਿਹਾ ਸੀਗਾ। ਕੋਈ ਇਹੋ ਜਿਹੀ ਤੇ ਲੇਅਰਸ ਬਣ ਗਈਆਂ ਸੀਗੀਆਂ ਅੰਦਰ। ਜਦੋਂ ਮੈਂ 2014 ਦੇ ਅੰਦਰ ਜੌਬ ਛੱਡੀ, ਮੇਰਾ ਵਿਚਾਰ ਇਹ ਨਹੀਂ ਸੀ ਕਿ ਮੈਂ ਇਸ ਪਾਸੇ ਚੱਲਣਾ ਹੈ, ਮੈਂ ਕੋਈ ਹੋਰ ਜੌਬ ਫੜਨੀ ਸੀਗੀ। ਲੇਕਿਨ ਉਸ ਟਾਈਮ ਮੈਨੂੰ ਮਹਿਸੂਸ ਹੋਇਆ ਕਿ ਫਾਦਰ ਮਦਰ ਕਦੀ ਪਾਕਿਸਤਾਨ ਜਾ ਨਹੀਂ ਸਕੇ, ਮੈਨੂੰ ਜਾਣਾ ਚਾਹੀਦਾ ਹੈ। ਤੇ ਮੇਰਾ ਜਿਹੜਾ ਪਹਿਲਾ ਪੜਾਅ ਕੰਮ ਦਾ ਆਇਆ, ਮੈਂ ਪਾਕਿਸਤਾਨ ਗਿਆ ਸਿਰਫ ਇੱਕ ਆਪਣੀ ਨਿੱਜੀ ਕਿਉਰੀਓਸਿਟੀ ਨੂੰ, ਇੱਕ ਨਿੱਜੀ ਇੱਕ ਕੁਐਸਚਨ ਨੂੰ ਸੋਲਵ ਕਰਨ ਵਾਸਤੇ ਕਿ ਜਿਹੜੀ ਸਾਡੀ ਇਤਨੀ ਇੱਕ ਵੱਡੀ ਲੈਗੇਸੀ ਸੀਗੀ ਉੱਥੇ, ਜਿਹੜਾ ਇਤਨਾ ਵੱਡਾ ਵਿਰਸਾ ਸੀਗਾ, ਉਹ ਅੱਜ ਕਿਉਂ ਸਿਰਫ ਇੱਕ 3-4 ਗੁਰਦੁਆਰਿਆਂ ਤੱਕ ਸੀਮਿਤ ਰਹਿ ਗਿਆ। ਅਗਰ ਅਸੀਂ ਤਾਰੀਖ ਪੜ੍ਹੀਏ ਤੇ ਤਾਰੀਖ ਸਾਨੂੰ ਕੁਝ ਹੋਰ ਦੱਸਦੀ ਹੈ, ਲੇਕਿਨ ਸਾਡੀ ਅੱਜ ਦੀ ਮੈਮਰੀ ਜਿਹੜੀ ਹੈ ਉਹਦੇ ਅੰਦਰ ਸਿਰਫ ਜਿਹੜੇ ਗੁਰਦੁਆਰਿਆਂ ਤੱਕ ਸਾਡਾ ਐਕਸੈਸ ਰਹਿ ਗਿਆ ਹੈ। ਔਰ ਇੱਕ ਤਾਰੀਖ ਜਿਹੜੀ ਹੈ, ਇੱਕ ਲੈਗੇਸੀ ਜਿਹੜਾ, ਇੱਕ ਵਿਰਸਾ ਜਿਹੜਾ ਹੈ, ਸਿਰਫ ਗੁਰਦੁਆਰੇ ਨਹੀਂ ਹੁੰਦੇ ਨੇ। ਮਤਲਬ ਗੁਰਦੁਆਰਿਆਂ ਦੀ ਅਹਿਮੀਅਤ ਹੈ, ਲੇਕਿਨ ਤਾਰੀਖ ਬੜੀ ਵੱਡੀ ਹੁੰਦੀ ਇਸ ਤੋਂ। ਤੇ ਉਹ ਕੁਐਸਚਨ ਮੈਂ ਜਦੋਂ ਆਨਸਰ ਕਰਨ ਵਾਸਤੇ ਪਾਕਿਸਤਾਨ ਦੇ ਅੰਦਰ ਮੈਂ ਗਿਆ 2014 ਦੇ ਅੰਦਰ, ਵੇਖਦੇ 30 ਦਿਨਾਂ ਦੇ ਅੰਦਰ ਮੈਂ 36 ਸ਼ਹਿਰ ਤੇ ਪਿੰਡ, ਕਸ਼ਮੀਰ ਤੋਂ ਲੈ ਕੇ ਮੁਲਤਾਨ,
ਅਫਗਾਨਿਸਤਾਨ ਬਾਰਡਰ ਤੋਂ ਲੈ ਕੇ ਲਾਹੌਰ ਤੱਕ ਦਾ ਪੂਰਾ ਇੱਕ ਚੱਪਾ ਮੈਂ 36 ਸ਼ਹਿਰ ਤੇ ਪਿੰਡ ਛਾਪ ਮਾਰੇ ਨਾਲ ਜਿਹੜੇ ਮੈਂ ਫੋਟੋਗ੍ਰਾਫਸ ਔਰ ਜਰਨੀ ਦੇ ਐਕਸਪੀਰੀਐਂਸਸ ਨੂੰ ਕਲੈਕਟ ਕੀਤਾ ਮੈਂ ਆ ਕੇ ਇੱਕ ਪਹਿਲੇ ਮੈਨੂੰ ਮਹਿਸੂਸ ਹੋਇਆ ਕਿ ਇੱਕ ਮੇਰਾ ਦਸਵੰਤ ਹੈ ਕਿ ਮੈਂ ਅਗਰ ਜੌਬ ਵਿੱਚ ਨਹੀਂ ਜਾਣਾ ਤਾਂ ਮੈਂ ਇੱਕ ਕੁਝ ਮਹੀਨੇ ਚੰਦ ਮਹੀਨੇ ਲਾ ਕੇ ਇਹਨੂੰ ਲਿਖ ਦੇਵਾਂ ਤੇ ਕੌਮ ਵਾਸਤੇ ਇੱਕ ਤਾਰੀਖ ਬਣ ਜਾਏਗੀ ਤੇ ਮੈਂ ਪਹਿਲੀ ਕਿਤਾਬ ਕੀਤੀ ਸੀਗੀ ਜਿਹਦਾ ਨਾਮ ਸੀਗਾ ਲੌਸਟ ਹੈਰੀਟੇਜ ਦ ਸਿੱਖ ਲੈਗੇਸੀ ਇਨ ਪਾਕਿਸਤਾਨ ਉਸ ਤੋਂ ਬਾਅਦ ਇੱਕ ਫਿਰ ਮੈਨੂੰ ਮੌਕਾ ਮਿਲਿਆ ਪਹਿਲੇ ਤੇ ਉਸ ਤੋਂ ਪਹਿਲਾਂ ਕਾਫੀ ਥਾਵਾਂ ਤੇ ਮੇਰੀ ਟਾਕਸ ਵਗੈਰਾ ਹੋਈਆਂ ਨੇ ਦੁਨੀਆ ਭਰ ਦੇ ਅੰਦਰ ਇਹ ਮੈਂ 2015-2016 ਦੀ ਗੱਲ ਕਰ ਰਿਹਾ ਉਸ ਤੋਂ ਬਾਅਦ ਮੈਨੂੰ ਫਿਰ ਇੱਕ ਮੌਕਾ ਮਿਲਿਆ ਪਾਕਿਸਤਾਨ ਜਾਣ ਦਾ ਜਿਹਦੇ ਅੰਦਰ ਮੈਂ ਬਲਟਿਸਤਾਨ ਕਸ਼ਮੀਰ ਖੈਬਰ ਪਖਤੂਨਵਾ ਪੰਜਾਬ ਸਿੰਧ ਔਰ ਬਲੋਚਿਸਤਾਨ ਪੂਰੀ ਇੱਕ ਇੰਡਸ ਰਿਵਰ ਦੀ ਜਿਹੜੇ ਰੀਜਨ ਦੀ ਲੈਗੇਸੀ ਵਿੱਚ ਆਪਣੇ ਜਿਹੜੇ ਅੰਸ਼ ਮੈਨੂੰ ਮਿਲੇ 70 ਸ਼ਹਿਰ ਤੇ ਪਿੰਡਾਂ ਦੇ ਅੰਦਰ ਹੋਰ ਡਾਕੂਮੈਂਟੇਸ਼ਨ ਕੀਤੀ ਜਿਹਦਾ ਦੂਜੀ ਕਿਤਾਬ ਦਾ ਨਾਮ ਹੈ ਦ ਕੁਐਸਟ ਕੰਟੀਨਿਊਜ਼ ਖੋਜ ਅਜੇ ਜਾਰੀ ਹੈ ਲੌਸਟ ਹੈਰੀਟੇਜ ਦ ਸਿੱਖ ਲੈਗੇਸੀ ਇਨ ਪਾਕਿਸਤਾਨ ਇਹ ਦੋਵੇਂ ਕਿਤਾਬਾਂ ਇੱਕ ਕਿਤਾਬ 3-3 ਕਿਲੋ ਦੀ ਹੈ ਕਿ 500 ਪੇजेस ਦੀਆਂ ਨੇ ਐਂਡ देयर इज इट्स अ फुल ਵਿਜ਼ੂਅਲ ਫੋਟੋਗ੍ਰਾਫਿਕ ਜਰਨੀ ਆਫ ਦੀ ਐਕਸਪਲੋਰੇਸ਼ਨਸ ਤੇ ਉਹ ਦੂਜੀ ਕਿਤਾਬ ਜਦੋਂ ਨਿਕਲੀ 2017 ਦੇ ਅੰਦਰ ਉਸ ਤੋਂ ਬਾਅਦ ਫਿਰ ਇਹੋ ਜਿਹਾ ਪੜਾਅ ਆਇਆ ਕਿ ਮੈਨੂੰ ਦੁਨੀਆ ਭਰ ਦੇ ਅੰਦਰ ਕਾਫੀ ਇਨਵੀਟੇਸ਼ਨਸ ਆਈਆਂ ਮੈਂ ਟਰੈਵਲ ਕਰਦਾ ਰਿਹਾ ਨਾਲ ਹੀ ਨਾਲ ਉਸ ਦੌਰਾਨ ਮੈਂ 2 ਡਾਕੂਮੈਂਟਰੀਜ਼ ਕੀਤੀਆਂ ਜਿਹਦਾ ਨਾਮ ਹੈ ਇੱਕ ਤਾਂ ਨਾਮ ਹੈ ਪੀਅਰਿੰਗ ਸੋਲ ਔਰ ਇੱਕ ਦਾ ਨਾਮ ਹੈ ਪੀਅਰਿੰਗ ਵਾਰੀਅਰ ਇਹ ਜਦੋਂ ਮੈਂ ਰਿਸਰਚ ਕਰ ਰਿਹਾ ਸੀਗਾ ਉਹਦੇ ਅੰਦਰ ਜੋ ਮੈਨੂੰ ਪੀਅਰਿੰਗ ਸੋਲ ਦੇ ਅੰਦਰ ਜਿਹੜੇ ਭੁੱਲੇ ਵਿਰਸੇ ਗੁਰਦੁਆਰੇ ਨੇ ਪਾਕਿਸਤਾਨ ਦੇ ਅੰਦਰ ਨਾਟ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਉਹ ਤੇ ਸਾਰੇ ਕਮਿਊਨਿਟੀ ਨੂੰ ਪਤਾ ਹੈ ਲੇਕਿਨ ਦੂਰ ਦਰਾਕੇ ਦੇ ਇਲਾਕੇ ਨੇ ਕੁਝ ਉਹਨਾਂ ਦੀ ਅੰਸ਼ ਨੂੰ 55 ਮਿੰਟ ਦੀ ਡਾਕੂਮੈਂਟਰੀ ਦੇ ਅੰਦਰ ਮੈਂ ਅੰਕਿਤ ਕੀਤਾ ਫਿਰ ਮੈਨੂੰ ਜਿਹੜਾ ਮੌਕਾ ਮਿਲਿਆ ਸੀਗਾ ਉਹਨਾਂ ਕਿਲਿਆਂ ਵਿੱਚ ਜਾਣ ਦਾ ਜਿਹੜੇ ਕਿਲਿਆਂ ਦੇ ਅੰਦਰ ਸਾਡੀ ਤਾਰੀਖ ਗੁਜ਼ਰੀ ਸੀਗੀ ਅਟਕ ਦੇ ਕਿਲੇ ਤੋਂ ਲੈ ਕੇ ਜਮਰੋਦ ਦਾ ਕਿਲਾ ਔਰ 27 ਕਿਲੇ ਸਨ ਇੰਡਸ ਦਰਿਆ ਦੇ ਲਾਗੇ ਜਿੱਥੇ ਸਾਡੀ ਤਾਰੀਖ ਗੁਜ਼ਰੀ ਸੀ ਮੋਸਟ ਆਫ ਦਮ ਹੈਵ ਫਿਨਿਸ਼ਡ ਲੇਕਿਨ ਉਹਨਾਂ ਦੀ ਜਗ੍ਹਾ ਨੂੰ ਜਾ ਕੇ ਦੇਖਣਾ ਮੈਪ ਨੂੰ ਮੈਪਿੰਗ ਕਰਨੀ ਉਹਦੀ ਮਿੱਟੀ ਜਿਹੜੀ ਜਗ੍ਹਾ ਤੇ ਉਸੇ ਉਹ ਅੰਸ਼ ਹਜੇ ਵੀ ਹੈ ਥੋੜੀ ਬਹੁਤ ਉਹਨਾਂ ਨੂੰ ਮੈਂ ਜੋ ਡਾਕੂਮੈਂਟ ਕੀਤਾ ਸੀਗਾ ਉਸ ਨੂੰ ਮੈਂ ਇੱਕ ਸੈਕੰਡ ਦਸਤਾਵੇਜ਼ ਵਿੱਚ ਡਾਕੂਮੈਂਟਰੀ ਬਣਿਆ ਜਿਹਦਾ ਨਾਮ ਹੈ ਪੀਅਰਿੰਗ ਵਾਰੀਅਰ ਇਹ ਦੋਵੇਂ ਡਾਕੂਮੈਂਟਰੀਜ਼ YouTube ਚੈਨਲ ਦੇ ਉੱਤੇ ਮੇਰੇ ਚੈਨਲ ਦੇ ਉੱਤੇ ਫ੍ਰੀਲੀ ਅਵੇਲੇਬਲ ਨੇ ਅਗਰ ਤੁਸੀਂ ਪੀਅਰਿੰਗ ਸੋਲ ਜਾਂ ਪੀਅਰਿੰਗ ਵਾਰੀਅਰ ਲਿਖੋਗੇ ਤੁਹਾਨੂੰ ਉਹ ਡਾਕੂਮੈਂਟਰੀਜ਼ ਮਿਲ ਜਾਣਗੀਆਂ ਉਹਨਾਂ ਦੀ ਪੰਜਾਬੀ ਅਨੁਵਾਦ ਤਰਾਸਦੀ ਰੂਹ ਇੱਕ ਡਾਕੂਮੈਂਟਰੀ ਦੀ ਕਰ ਦਿੱਤੀ ਹੈ ਦੂਜੀ ਅਜੇ ਕਰਦੀ ਹੈ ਇਹ ਮੇਰਾ ਸੈਕੰਡ ਪੜਾਅ ਸੀਗਾ 2018 ਦੇ ਅੰਦਰ ਮੇਰੀ ਜ਼ਿੰਦਗੀ ਦਾ ਜਿਹੜਾ ਲੱਗਦਾ ਹੈ ਕਿ ਜਿਹੜਾ ਮਕਸਦ ਮੇਰੀ ਜ਼ਿੰਦਗੀ ਦਾ ਇਸ ਦੁਨੀਆ 'ਚ ਆਉਣ ਦਾ ਸੀਗਾ ਉਹਦੀ ਕੁਝ એનર્ਜੀ ਉਹਦੀ ਕੁਝ ਊਰਜਾ ਬਣੀ 2018 ਦੇ ਐਂਡ ਵਿੱਚ ਜਿਹਦਾ ਸਾਡਾ ਤੀਜਾ ਪੜਾਅ ਸ਼ੁਰੂ ਹੋਇਆ ਜਿਹਨੂੰ ਅਸੀਂ ਹੁਣ 3.5 ਸਾਲ ਪੂਰੀ ਮਿਹਨਤ ਲਗਾ ਕੇ ਮੁਕੰਮਲ ਇੱਕ ਐਂਡ ਪੁਆਇੰਟ ਤੇ ਲਿਆਉਣ ਵਾਸਤੇ ਅਸੀਂ ਹੁਣ ਉਸ ਪੜਾਅ ਤੇ ਆ ਗਏ ਹਾਂ ਤੇ ਉਹ 3.5 ਸਾਲ ਦੇ ਅੰਦਰ ਕੀ ਸੀਗਾ 2018 ਦੇ ਅੰਦਰ ਮੈਨੂੰ ਇਹ ਥਾਟ ਆਇਆ ਕਿ ਬੇਸਿਕਲੀ ਮੇਰੀ ਜਿਹੜੀ ਸਕਿੱਲ ਸੈਟ ਬਣ ਗਈ ਹੈ ਮੈਂ ਉਹਨਾਂ ਇਲਾਕਿਆਂ ਜਾ ਰਿਹਾ ਜਿੱਥੇ ਕੌਮ ਦੀ ਤਾਰੀਖ ਗੁਜ਼ਰੀ ਹੈ ਔਰ ਕੌਮ ਦੇ ਅੱਜ ਜਿਹੜੀ ਜਨਰੇਸ਼ਨ ਹੈ ਜਾਂ ਤਾਂ ਇਹਨਾਂ ਨੂੰ ਉਸ ਤਾਰੀਖ ਦੇ ਬਾਰੇ ਨਹੀਂ ਪਤਾ ਹੈ ਇਸ ਕਰਕੇ ਉਹ ਨਹੀਂ ਜਾ ਰਹੇ ਜਾਂ ਤੇ ਉਹ ਜਾਣਾ ਨਹੀਂ ਚਾਹੁੰਦੇ ਜਾਂ ਤੇ ਡਰ ਹੈ ਜਾਂ ਖੌਫ ਹੈ ਲੇਕਿਨ 70% ਇਲਾਕੇ ਜਿਹੜੇ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਚਲੇ ਸੀਗੇ ਜਿਹੜੀ ਉਹਨਾਂ ਦੀ ਪੁਰਾਣੀ ਤਾਰੀਖ ਹੈ ਉਹਨਾਂ ਇਲਾਕਿਆਂ ਵਿੱਚ ਜਾ ਕੇ ਅਗਰ ਇੱਕ ਮਲਟੀ ਫੇਥ ਐਸਪੈਕਟ ਦੇ ਨਾਲ ਉਸ ਨੂੰ ਬਣਿਆ ਜਾਵੇ ਡਾਕੂਮੈਂਟ ਕੀਤਾ ਜਾਵੇ ਤੇ ਇੱਕ ਦਸਤਾਵੇਜ਼ ਬਣਾਉਣਾ ਬਹੁਤ ਜ਼ਰੂਰੀ ਹੈ ਔਰ ਕਿਉਂਕਿ ਮੈਨੂੰ ਮਹਿਸੂਸ ਹੁੰਦਾ ਸੀਗਾ ਕਿ ਇੱਕ એનર્ਜੀ ਕੰਮ ਕਰ ਰਹੀ ਹੈ ਮੇਰੇ ਨਾਲ ਹੋ ਸਕਦਾ ਹੈ ਉਹ એનર્ਜੀ ਸ਼ਾਇਦ ਇਸ ਟਾਈਮ ਮੈਨੂੰ ਫਿਰ ਹੈਲਪ ਕਰੇ ਤੇ ਇਸ ਨੂੰ ਅਸੀਂ ਪ੍ਰੋਜੈਕਟ ਨੂੰ 2018 ਦੇ ਐਂਡ ਵਿੱਚ ਚੱਕਿਆ ਹੁਣ ਉਹ ਪ੍ਰੋਜੈਕਟ ਕੰਪਲੀਟ ਹੋਣਾ ਜਾ ਰਿਹਾ ਹੈ ਜਿਹਦੇ ਅੰਦਰ ਅਸੀਂ 9 ਮੁਲਕਾਂ ਦੇ ਅੰਦਰ ਐਸ ਪਰ ਦੀ 올ਡੈਸਟ ਟੈਕਸਟ ਗੁਰੂ ਨਾਨਕ ਸਾਹਿਬ ਦੇ ਸਫ਼ਰ ਦਾ ਲੇਡਨ ਵਿਦ ਗੁਰਬਾਣੀ ਮਕਸਦ ਇਹਨੂੰ ਦਿਖਾਉਣ ਦਾ ਇੱਕ ਹੈ ਇਸ ਦਸਤਾਵੇਜ਼ ਦੇ ਅੰਦਰ ਇਹ ਕਿਤਾਬ ਨਹੀਂ ਹੈ ਡਾਕੂ ਸੀਰੀਜ਼ 24 ਐਪੀਸੋਡ ਦੀ 20 ਘੰਟੇ ਦੀ ਡਾਕੂ ਸੀਰੀਜ਼ ਹੈਗੀ ਜਿਹਦੇ ਅੰਦਰ ਅਸੀਂ ਪੇਸ਼ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਸਫ਼ਰ ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੀ ਗੁਰਬਾਣੀ ਦੇ ਜਿਹੜੇ ਤੁਕਾਂ ਦੇ ਨਾਲ ਜਿੱਥੇ ਉਹਨਾਂ ਨੇ ਜੋ ਸਿੱਖ ਦਿੱਤੀ ਉਹਨੂੰ ਅਸੀਂ ਐਕਸਪਲੋਰੇਸ਼ਨਸ ਦੇ ਨਾਲ ਮਲਟੀ ਫੇਥ ਐਕਸਪਲੋਰੇਸ਼ਨ ਨਾਲ ਮਿਲਾ ਕੇ ਉਸ ਦਸਤਾਵੇਜ਼ ਨੂੰ ਪੇਸ਼ ਕਰ ਰਹੇ ਹਾਂ ਜੋ ਅਸੀਂ ਕਮਿਊਨਿਟੀ ਦੇ ਅੱਗੇ ਇੱਕ ਫ੍ਰੀ ਲੰਗਰ ਦੇ ਤੌਰ ਤੇ 14 ਅਕਤੂਬਰ ਤੋਂ ਰਿਲੀਜ਼ ਕਰਨਾ ਸ਼ੁਰੂ ਕਰਾਂਗੇ 1 ਐਪੀਸੋਡ ਅ ਵੀਕ ਔਨ ਦੀ ਵੈਬਸਾਈਟ ਕਾਲਡ thegurunanak.com ਤੇ ਇਹ ਮੇਰਾ ਇਹ ਕੰਮ ਰਿਹਾ ਹੈ ਬਾਕੀ 25 ਸਾਲ ਜੋ ਕਾਰਪੋਰੇਟ ਵਿੱਚ ਸੀਗਾ ਉਹ ਮੈਂ ਭੁੱਲ ਗਿਆ ਉਹ ਨਾ ਤੇ ਮੈਂ ਯਾਦ ਕਰਨਾ ਬਿਕੋਜ਼ ਜ਼ਿੰਦਗੀ ਦਾ ਜਿਹੜਾ ਇਹ ਪਿਛਲੇ 7.5 ਸਾਲ ਦਾ ਚੈਲੰਜਿੰਗ এনवायरमेंट ਰਿਹਾ ਹੈ ਕੋਈ ਸੌਖਾ ਨਹੀਂ ਸੀਗਾ ਲੇਕਿਨ ਜੋ ਕੰਮ ਅੱਗੇ ਆ ਰਹੇ ਨੇ ਇੱਕ ਫੇਜ਼ਸ ਦੇ ਅੰਦਰ ਹਜੇ ਤੱਕ ਮੇਰੇ ਖਿਆਲ ਪੂਰੀ ਕੌਮ ਨੂੰ ਇਹਨਾਂ ਕੰਮ ਦੇ ਬਾਰੇ ਪਤਾ ਨਹੀਂ ਚੱਲਿਆ ਲੇਕਿਨ ਅਸੀਂ ਆਪਣਾ ਕੰਮ ਕਰੀ ਜਾ ਰਹੇ ਹਾਂ ਬਿਕੋਜ਼ ਇਟਸ ਇੰਪੋਰਟੈਂਟ ਟੂ ਡੂ ਇਟ
ਅਮਰਦੀਪ, ਤੁਹਾਡੀ ਇੰਨੀ ਲੰਮੀ ਜਰਨੀ ਨੂੰ, ਤੁਹਾਡੇ ਇਹਨਾਂ ਐਫਰਟਸ ਨੂੰ, ਹਾਰਡ ਵਰਕ ਨੂੰ ਅੱਧੇ ਘੰਟੇ ਦੀ ਇੰਟਰਵਿਊ ਦੇ ਵਿੱਚ ਮੇਰੇ ਖਿਆਲ ਸਮਾ ਪਾਉਣਾ ਮੇਰੇ ਲਈ ਬੜਾ ਮੁਸ਼ਕਿਲ ਹੋਏਗਾ। ਪਰ ਮੈਂ ਇਹ ਚਾਹਾਂਗਾ ਆਪਣੇ ਜਿੰਨੇ ਵੀ ਲਿਸਨਰ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਰਹੇ ਹੈ ਔਰ ਜਿਹੜੇ ਵੀ ਸਾਡੇ ਵਿਊਅਰਸ ਟੀਵੀ ਇਸ ਵੇਲੇ ਵਾਚ ਕਰ ਰਹੇ ਹੈ ਲਾਈਵ ਸਾਨੂੰ, ਉਹਨਾਂ ਨੂੰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਅਸੀਂ YouTube ਲਿੰਕ ਇਸ ਇੰਟਰਵਿਊ ਦਾ ਤੁਹਾਡੇ ਤੱਕ ਪਹੁੰਚਾਵਾਂਗੇ। ਇਸ ਤੋਂ ਬਾਅਦ ਉਹਨੂੰ ਜਿੰਨਾ ਹੋ ਸਕਦਾ ਸਾਰੀ ਦੁਨੀਆ ਦੇ ਵਿੱਚ ਸ਼ੇਅਰ ਕਰਿਓ ਤਾਂ ਕਿ ਜਦੋਂ ਇਹ ਡਾਕੂਮੈਂਟਰੀ ਇਹਦੀ ਰਿਲੀਜ਼ ਹੋਵੇ 14 ਅਕਤੂਬਰ ਤੋਂ ਬਾਅਦ ਮੈਕਸਿਮਮ ਲੋਕਾਂ ਤੱਕ ਜਾਵੇ, ਮੈਕਸਿਮਮ ਲੋਕ ਇਹਨਾਂ ਦਾ ਕੰਮ ਦੇਖ ਸਕਣ। ਇਹਨਾਂ ਨੇ ਲਗਭਗ ਮੈਨੂੰ ਦੱਸਿਆ ਸੀ, ਪਰਸੋਂ ਸਾਡੀ ਗੱਲ ਹੋਈ ਹੈ, $1 ਮਿਲੀਅਨ ਹੁਣ ਤੱਕ ਇਹਨਾਂ ਦਾ ਆਪਣੇ ਜੇਬ ਦੇ ਵਿੱਚੋਂ ਮੋਸਟਲੀ ਉਹ ਲੱਗ ਚੁੱਕਾ ਹੈ। ਤੁਸੀਂ ਦੇਖ ਲਓ ਕਿ ਆਪਣੀ ਐਡੀ ਵੱਡੀ ਮੈਂ ਇੱਕ ਇੰਟਰਜੈਕਟ ਕਰਾਂਗਾ ਜੀ। ਇਹ ਮੇਰੀ ਮੁਸ਼ੱਕਤ ਮਿਹਨਤ ਲੱਗੀ ਹੈ, ਲੇਕਿਨ ਇਹ ਕੌਮ ਦਾ ਪੈਸਾ ਹੈ। ਕੌਮ ਵਿੱਚ ਕੁਝ ਇਹੋ ਜਿਹੇ ਚੰਦ ਲੋਕ ਨੇ ਜਿਨ੍ਹਾਂ ਨੇ ਇਸ ਜਜ਼ਬੇ ਨੂੰ ਸਮਝਿਆ, ਇਹ ਉਹਨਾਂ ਨੇ ਸਪੋਰਟ ਕੀਤਾ ਸੀ, ਅਸੀਂ ਇਸ ਮੁਕਾਮ ਤੇ ਪਹੁੰਚੇ। ਮੇਰੀ ਕੋਈ ਲਾਗਤ ਨਹੀਂ ਹੈ, ਕੌਮ ਦਾ ਪੈਸਾ ਹੈ, ਕੌਮ ਦਾ ਪੈਸਾ ਲੱਗ। ਚਲੋ ਜੀ, ਇਹ ਤੁਹਾਡੀ ਬੜੀ ਫਰਾਖ ਦਿਲੀ ਨਾਲ ਤੁਸੀਂ ਗੱਲ ਕਹਿ ਰਹੇ ਹੋ। ਮੇਰਾ ਮਤਲਬ ਸਿਰਫ ਕਹਿਣ ਦਾ ਇਹ ਸੀ ਕਿ ਕਾਰਪੋਰੇਟ ਵਰਲਡ ਦੇ ਵਿੱਚ ਜਿਸ ਲੈਵਲ ਤੇ ਕੰਮ ਕਰ ਰਹੇ ਸੀ, ਜਿਹੜਾ ਇਹਨਾਂ ਦਾ ਸ਼ਾਨਦਾਰ ਕੈਰੀਅਰ ਸੀ, ਮਟੀਰੀਅਲਿਸਟਿਕ ਐਂਗਲ ਤੋਂ ਦੇਖੀਏ ਜਿਹੜੀਆਂ ਸੁੱਖ ਸੁਵਿਧਾਵਾਂ ਨਾਲ ਇਹ ਜੀ ਰਹੇ ਸੀ, ਔਰ ਉਸ ਤੋਂ ਬਾਅਦ ਜੋ ਇਹਨਾਂ ਦੇ ਕੋਲ ਸੀ, ਮੈਨੂੰ ਪਤਾ ਇਸ ਗੱਲ ਦਾ, ਇਹ ਨਹੀਂ ਕਹਿ ਰਹੇ ਤੇ ਚਲੋ ਗੱਲ ਵੱਖਰੀ ਹੈ, ਇਹਨਾਂ ਨੇ ਸਾਰਾ ਕੁਝ ਆਪਣੇ ਜੀਵਨ ਦਾ ਇਸ ਡਾਕੂਮੈਂਟਰੀ ਸੀਰੀਜ਼ ਨੂੰ ਬਣਾਉਣ ਦੇ ਵਿੱਚ ਲਗਾ ਦਿੱਤਾ ਹੈ। ਔਰ ਹੁਣ ਇਹਨਾਂ ਦਾ ਕੀਤਾ ਹੋਇਆ ਕੰਮ ਤੁਸੀਂ ਦੇਖਣਾ। ਇਹਨਾਂ ਨੂੰ ਇੱਕੋ ਇੱਕ ਇੱਛਾ ਹੈ ਮਨ ਦੇ ਵਿੱਚ ਕਿ ਜੋ ਮੈਂ ਕੀਤਾ ਹੈ, ਜਿਸ ਜਜ਼ਬੇ ਦੇ ਨਾਲ ਮੈਂ ਕੰਮ ਕੀਤਾ ਹੈ, ਤੁਸੀਂ ਉਸੇ ਜਜ਼ਬੇ ਨਾਲ ਕਮ ਸੇ ਕਮ ਦੇਖ ਜ਼ਰੂਰ ਸਕੋ। ਤਾਂ ਇਹ ਮਕਸਦ ਹੈ ਸਾਡੀ ਅੱਜ ਦੀ ਇਸ ਇੰਟਰਵਿਊ ਦਾ। ਗੁਰੂ ਨਾਨਕ ਦੇਵ ਜੀ ਅੱਜ ਤੋਂ 500 ਸਾਲ ਪਹਿਲਾਂ ਅਮਰਦੀਪ ਜੀ ਇਹਨਾਂ ਰਸਤਿਆਂ 'ਚੋਂ ਗੁਜ਼ਰੇ ਹੋਣਗੇ। ਤੁਸੀਂ ਗਏ, ਤੁਸੀਂ, ਮੈਨੂੰ ਪਤਾ, ਮੈਂ ਤੁਹਾਡੀ ਜਿਹੜਾ ਟ੍ਰੇਲਰ ਦੇਖ ਰਿਹਾ ਉਹਦੇ ਵਿੱਚ ਬਹੁਤ ਮੁਸ਼ਕਿਲ ਥਾਵਾਂ 'ਤੇ ਤੁਸੀਂ ਗਏ। ਕਿਸ ਤਰ੍ਹਾਂ ਤੁਸੀਂ ਉਹ ਜਰਨੀ ਨੂੰ ਪੂਰਾ ਕੀਤਾ ਹੈ, ਤੁਹਾਡੀ ਟੀਮ ਨੇ ਕੀਤਾ ਹੈ, ਕਹਿਣਾ ਮੁਸ਼ਕਿਲ ਹੈ। ਪਰ ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸੋਚੀਏ ਕਿ 500 ਸਾਲ ਪਹਿਲਾਂ ਕੋਈ ਸ਼ਖਸ, ਕੋਈ ਵਿਅਕਤੀ ਇਸ ਤਰ੍ਹਾਂ ਤੁਰਿਆ ਹੋਏਗਾ ਔਰ ਇੰਨਾ ਤੁਰਿਆ ਹੋਏਗਾ। ਤੁਸੀਂ ਤੇ ਖੈਰ ਬੱਸਾਂ 'ਚ, ਕਾਰਾਂ 'ਚ ਵੀ ਗਏ ਹੋਵੋਗੇ ਜਿੱਥੇ ਤੇ ਪੋਸੀਬਲ ਹੋਇਆ ਹੋਏਗਾ, ਪਰ ਉਹ ਤੁਰ ਕੇ ਗਏ ਉਸ ਵੇਲੇ। ਇਹ ਸਾਰਾ ਤੁਸੀਂ ਉਹਨਾਂ ਰਸਤੇ 'ਤੇ ਗੁਜ਼ਰਦੇ ਸੀ, ਉਹਨਾਂ ਰਸਤਿਆਂ 'ਤੇ ਪਹੁੰਚਦੇ ਸੀ, ਇੰਨੇ ਮੁਸ਼ਕਿਲ ਤੋਂ ਮੁਸ਼ਕਿਲ ਉਹ ਰਸਤੇ। ਮਨ ਦੇ ਵਿੱਚ ਕੀ ਆਉਂਦਾ ਸੀ ਤੁਹਾਡੇ ਉਸਲੇ ਵਿਚਾਰ? ਇਹ ਕਾਫੀ ਇੰਟਰਸਟਿੰਗ ਕੁਐਸਚਨ ਤੁਸੀਂ ਪੁੱਛਿਆ ਹੈ। ਦੇਖੋ ਜੀ, ਪਹਿਲੇ ਇਸ ਨੂੰ ਸਾਡੇ ਮਨ ਦੀ ਕੀ ਗਤੀ ਹੁੰਦੀ ਸੀ ਕਿ ਉਸ ਨੂੰ ਆਨਸਰ ਕਰਨ ਤੋਂ ਪਹਿਲਾਂ ਮੈਂ ਤੇ ਪਹਿਲੀ ਇੱਕ ਚੀਜ਼ ਨੂੰ ਕਲੈਰੀਫਾਈ ਕਰਨਾ ਚਾਹਾਂਗਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਬਾਰੇ 'ਚ ਕੁਝ ਨਹੀਂ ਲਿਖਿਆ। ਇਹ ਉਹਨਾਂ ਦਾ ਬੜਾ ਵੱਡਾਪਨ ਹੈਗਾ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਹੈ। ਗੁਰਬਾਣੀ ਦੇ ਥਰੂ ਉਹਨਾਂ ਨੇ ਦੱਸਿਆ, ਲੇਕਿਨ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਾਰੇ 'ਚ ਕੁਝ ਨਹੀਂ ਲਿਖਿਆ, ਰਾਈਟ। ਤੇ ਜਦੋਂ ਅੱਜ ਤੁਸੀਂ 550 ਸਾਲ ਬਾਅਦ ਅਗਰ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਫ਼ਰ ਨੂੰ ਮੈਪ ਕਰਨ ਜਾ ਰਹੇ ਹੋ ਤੇ ਐਜ਼ ਅ ਐਕਸਪਲੋਰਰ ਪਹਿਲੀ ਗੱਲ ਇਹ ਆਂਦੀ ਕਿ ਤੁਸੀਂ ਜਾਓਗੇ ਕਿੱਥੇ ਜੀ, ਹੈ ਨਾ। ਸਭ ਤੋਂ ਵੱਡੀ ਗੱਲ ਤੇ ਇਹ ਆਂਦੀ ਹੈ। ਬਿਲਕੁਲ। ਕਦੀ ਦੇਖਿਆ ਜਾਏ ਤੇ ਹੁਣ ਗੁਰੂ ਨਾਨਕ ਸਾਹਿਬ ਦੇ ਲਾਈਫ ਤੇ 65 ਸਾਲ ਬਾਅਦ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਲਿਖੀਆਂ, ਜਿਹਦੇ ਅੰਦਰ ਉਹਨਾਂ ਨੇ ਅੰਕਿਤ ਕੀਤਾ ਕਿ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਜੀ ਚੱਲ ਰਹੇ ਨੇ। ਸਿਰਫ 2 ਸ਼ਖਸ ਚੱਲ ਰਹੇ ਨੇ। ਉਹਨਾਂ ਨੇ ਕਾਫੀ ਵੱਡਾ ਉਹਨਾਂ ਦਾ ਦਾਇਰਾ ਜ਼ਿਕਰ ਕੀਤਾ, ਕਿੱਥੇ ਗਏ ਨੇ, ਬਟ ਉਹਨਾਂ ਨੇ ਇੱਕ ਪੂਰਾ ਡਿਟੇਲ ਵਿੱਚ ਨਹੀਂ ਲਿਖਿਆ, ਰਾਈਟ, ਬਿਕੋਜ਼ ਉਹ 6 ਗੁਰੂਆਂ ਦੇ ਬਾਰੇ ਲਿਖ ਰਹੇ ਨੇ ਜੀ। ਲੇਕਿਨ ਉਸ ਦੌਰਾਨ ਤੋਂ ਬਾਅਦ 180 ਸਾਲ ਤੱਕ, 65 ਸਾਲ ਤੋਂ ਲੈ ਕੇ 180 ਸਾਲ ਗੁਰੂ ਨਾਨਕ ਸਾਹਿਬ ਜੀ ਦੇ ਸਫ਼ਰ ਜ਼ਿੰਦਗੀ ਦੇ ਬਾਅਦ ਕਾਫੀ ਲੋਕਾਂ ਨੇ ਡਾਕੂਮੈਂਟੇਸ਼ਨ ਕੀਤੀਆਂ ਨੇ, ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਵਿੱਚ ਕਹਾਂਗੇ ਹੈਗੀਓਗ੍ਰਾਫੀਜ਼ ਜਿਹੜੀ ਜਨਮ ਸਾਖੀਆਂ ਲਿਟਰੇਚਰ ਨੇ। ਅਸੀਂ ਕਾਫੀ ਲੋਕ ਕਹਿੰਦੇ ਆ ਕਿ ਭਾਈ ਜਨਮ ਸਾਖੀ ਦੇ ਅੰਦਰ ਮਿਥ ਹੈਗਾ, ਮਿਥੋਲੋਜੀ ਹੈਗਾ, ਬਟ ਤੁਸੀਂ ਇਹ ਭੁੱਲ ਜਾਂਦੇ ਹੋ ਬਹੁਤ ਸਾਰੀ ਗੁਰਬਾਣੀ ਵੀ ਹੈ ਉਹਦੇ ਅੰਦਰ। ਤੁਹਾਨੂੰ ਇੰਡੀਕੇਸ਼ਨ ਵੀ ਮਿਲਦੀ ਹੈ। ਇਹ ਤੁਹਾਡੇ ਆਪਣੇ ਉੱਤੇ ਕਿ ਤੁਸੀਂ ਉਸਨੂੰ ਕਿਸ ਤਰ੍ਹਾਂ ਇੰਟਰਪ੍ਰੀਟ ਕਰਨਾ ਹੈ, ਕਿਸ ਤਰੀਕੇ ਨਾਲ ਲੈਣਾ ਹੈ, ਰਾਈਟ। ਲੇਕਿਨ ਇੱਕ ਜੋ ਗੁਰੂ ਨਾਨਕ ਸਾਹਿਬ ਨਹੀਂ ਲਿਖ ਰਹੇ, ਗੁਰੂ ਨਾਨਕ ਨੂੰ ਮੰਨਣ ਵਾਲੇ, ਪਿਆਰ ਕਰਨ ਵਾਲੇ ਆਪਣੀ ਇੱਕ ਆਰਟਿਸਟਿਕ ਵੈਲਿਊ ਨਾਲ ਲਿਖ ਰਹੇ ਆ ਉਸਨੂੰ, ਰਾਈਟ। ਤੇ ਇੱਕ ਹਿਊਮਨ ਜਦੋਂ ਲਿਖੇਗਾ ਉਹਦੇ ਅੰਦਰ ਡਿਵੀਏਸ਼ਨਸ ਤਾਂ ਹੋਣਗੀਆਂ, ਲੇਕਿਨ ਉਹਨਾਂ ਨੇ ਇੱਕ ਬੜਾ ਵੱਡਾ ਸੰਗ੍ਰਹਿ ਬਣਾਇਆ 180 ਸਾਲ ਤੱਕ। ਹੁਣ 180 ਸਾਲ ਤੱਕ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਹੀ ਚੱਲ ਰਹੇ ਨੇ, ਔਰ ਜੋ ਏਰੀਆਜ਼ ਵਿੱਚ ਚੱਲ ਰਹੇ ਨੇ ਅੱਜ ਅਗਰ ਉਹਨਾਂ ਨੂੰ ਮੈਪ ਕੀਤਾ ਜਾਵੇ, ਉਹ ਸਾਰਾ ਏਰੀਆ ਜਿਹੜਾ ਹੈ ਅੱਜ ਵੰਡ ਕੇ 9 ਮੁਲਕਾਂ 'ਚ ਬਣ ਗਿਆ ਹੈ। ਉਹ ਕਿਹੜੇ ਮੁਲਕ ਨੇ? ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ, ਸਾਊਦੀ ਅਰੇਬੀਆ, ਚਾਈਨਾ ਦੇ ਅੰਦਰ ਸਿਰਫ ਤਿੱਬਤ, ਇੰਡੀਆ, ਬੰਗਲਾਦੇਸ਼ ਤੇ ਸ਼੍ਰੀਲੰਕਾ। ਠੀਕ ਹੈ, ਹੁਣ ਗੱਲ ਇੱਥੇ ਤੱਕ ਆਉਂਦੀ ਹੈ। ਇਸ ਨੂੰ ਹੀ ਤੁਸੀਂ ਮੈਪ ਕਰ ਲਓ ਨਾ, ਬੜਾ ਵੱਡਾ ਕੰਮ ਹੈਗਾ।
ਕਿਉਂਕਿ ਇਸ ਵਿੱਚ 70% ਇਲਾਕਾ ਅੱਜ ਤੁਸੀਂ ਐਕਸੈਸ ਨਹੀਂ ਕਰ ਸਕਦੇ। ਤੁਸੀਂ ਬੇਸ਼ੱਕ ਪਾਕਿਸਤਾਨ ਚਲੇ ਜਾਓਗੇ, ਤੁਸੀਂ ਆਪਣੀ ਇੱਕ ਰੂਹਾਨੀਅਤ ਐਂਗਲ ਦੇ ਨਾਲ ਤੁਸੀਂ ਨਨਕਾਣਾ ਸਾਹਿਬ ਪਰ ਚਲੇ ਜਾਓਗੇ, ਕਰਤਾਰਪੁਰ ਸਾਹਿਬ ਚਲੇ ਜਾਓਗੇ, ਤੁਸੀਂ ਖੁਸ਼ ਹੋ ਕੇ ਆ ਜਾਓਗੇ। ਲੇਕਿਨ ਗੁਰੂ ਨਾਨਕ ਦਾ ਸਫ਼ਰ ਤੇ ਉਸ ਤੋਂ ਬੜਾ ਵੱਡਾ ਹੈਗਾ ਜੀ, ਰਾਈਟ। ਮੰਦਰਾਂ ਵਿੱਚ ਹੈਗਾ, ਸੂਫੀ ਸ਼ਰਾਈਨਸ ਵਿੱਚ ਹੈਗਾ, ਜਿੱਥੇ ਨਾਥ ਜੋਗੀ ਰਹਿੰਦੇ ਸਨ। ਇੱਕ ਨਾਥ ਸੰਪਰਦਾਇ ਬੜੀ ਵੱਡੀ ਸੰਪਰਦਾਇ ਸੀਗੀ, ਜਿਹੜੀ ਰਹਿੰਦੀ ਸੀਗੀ ਪੂਰੇ ਪੰਜਾਬ ਅਫਗਾਨਿਸਤਾਨ ਤੱਕ ਰਹਿੰਦੀ ਸੀਗੀ। ਉਹਨਾਂ ਦੇ ਡੇਰੇ ਸਨ ਪਹਾੜੀਆਂ ਦੇ ਉੱਤੇ, ਇੱਥੇ ਉੱਥੇ ਉਹਨਾਂ ਤੱਕ ਜਾਣਾ ਕਿਸ ਤਰ੍ਹਾਂ ਜਾਓਗੇ ਤੁਸੀਂ? ਹੁਣ ਗੱਲ ਇਹ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਦਾ ਸਫ਼ਰ ਦੇਖਿਆ ਜਾਏ, ਅੱਜ ਦੀ WhatsApp ਯੂਨੀਵਰਸਿਟੀ ਦੇ ਅੰਦਰ, ਫੇਸਬੁੱਕ ਦੇ ਅੰਦਰ, ਇੰਟਰਨੈਟ ਦੇ ਅੰਦਰ ਮੂੰਹ ਜ਼ਬਾਨੀ ਉਹ ਸਫ਼ਰ ਰੁਕਿਆ ਨਹੀਂ ਹੈ ਅਜੇ। ਗੁਰੂ ਨਾਨਕ ਸਾਹਿਬ ਅੱਜ ਵੀ ਚੱਲ ਰਹੇ ਨੇ। ਤੁਹਾਨੂੰ ਹਾਸਾ ਆਏਗਾ ਕਿ ਇੱਕ YouTube ਤੇ ਤੁਸੀਂ ਅਗਰ ਸਰਚ ਕਰੋ, ਇੱਕ ਵੀਡੀਓ ਹੈ ਗੁਰੂ ਨਾਨਕ ਇਨ ਅਮਰੀਕਾ ਵੀ ਹੈ। ਤੇ ਹੁਣ ਗੱਲ ਇਹ ਹੈ ਕਿ ਮੈਂ ਗੁਰੂ ਨਾਨਕ ਨੂੰ ਅਮਰੀਕਾ ਪਹੁੰਚਾਵਾਂ ਕਿ ਮੈਂ ਕਿਸ ਤਰ੍ਹਾਂ ਇੱਕ ਦਸਤਾਵੇਜ਼ ਬਣਨਾ। ਜੀ, ਸਭ ਤੋਂ ਪਹਿਲੇ ਵੱਡੀ ਗੱਲ ਇਹ ਆਂਦੀ ਹੈ ਕਿੱਥੇ ਤੱਕ ਤੁਸੀਂ ਲੈ ਕੇ ਜਾਓਗੇ। ਤੇ ਅਸੀਂ ਇਹ ਡਿਬੇਟ ਤੇ ਨਹੀਂ ਜਾ ਰਹੇ ਕਿ ਗੁਰੂ ਨਾਨਕ ਸਾਹਿਬ ਆਜ਼ਰਬਾਈਜਾਨ ਗਏ, ਕਿ ਰਸ਼ੀਆ ਗਏ, ਕਿ ਇੱਥੇ ਗਏ, ਕਿ ਉੱਥੇ ਗਏ। ਅਸੀਂ ਉਸ ਵਿੱਚ ਨਹੀਂ ਜਾ ਰਹੇ। ਅਸੀਂ 180 ਸਾਲ ਦੇ ਉੱਤੇ ਇੱਕ ਲਾਈਨ ਖਿੱਚ ਦਿੱਤੀ ਹੈ। ਉਸ ਦੇ ਅੰਦਰ ਜਿੰਨਾ ਵੀ ਜ਼ੋਨ ਆਂਦਾ ਹੈ ਉਸਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਸ। ਔਰ ਸਾਡਾ ਮਕਸਦ ਹੈ ਕਿ ਉਸਨੂੰ ਗੁਰਬਾਣੀ ਦੇ ਨਾਲ ਮਿਲਾਣਾ ਹੈ। ਜੋ ਗੁਰਬਾਣੀ ਦੀ ਤੁਕਾਂ ਲਿਖੀਆਂ ਗਈਆਂ ਨੇ, ਅਸੀਂ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੀ ਗੁਰਬਾਣੀ ਦੇ ਥਰੂ ਸਮਝਣਾ ਹੈ ਔਰ ਉਹਨਾਂ ਸਾਈਟਸ ਦੇ ਥਰੂ ਸਮਝਣਾ ਹੈ ਕਿ ਉਸ ਜਗ੍ਹਾ ਤੇ ਜਾ ਕੇ ਉਹ ਕੀ ਗੱਲਾਂ ਕਰ ਰਹੇ ਸਨ। ਰਾਈਟ, ਗੱਲ ਇਹ ਹੈ। ਤਾਂ ਹੁਣ ਜਦੋਂ ਅਸੀਂ ਚੱਲੇ ਹਾਂ, ਤੁਹਾਨੂੰ ਕੁਐਸਚਨ ਇਸ ਬੈਕਗ੍ਰਾਉਂਡ ਦੇ ਨਾਲ ਕਿ ਅਸੀਂ ਜਦੋਂ ਚੱਲੇ ਹਾਂ ਤੇ ਸਾਡੀ ਕੀ ਮਤਲਬ ਸਟੇਟ ਹੁੰਦੀ ਸੀਗੀ। ਦੇਖੋ ਜੀ, ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਮੇਰਾ ਕੰਮ ਨਹੀਂ, ਇੱਕ ਬੜੀ ਵੱਡੀ ਟੀਮ ਨਾਲ ਚੱਲੀ ਹੈ। ਰਾਈਟ, ਕੈਮਰਾਮੈਨ ਚਲੇ ਨੇ, ਮੇਰੀ ਵਾਈਫ ਚਲੀ ਹੈ ਨਾਲ, ਬੜੀ ਵੱਡੀ ਟੀਮ ਸੀਗੀ। ਅਸੀਂ ਲੀਡ ਕਰ ਰਹੇ ਸੀ। ਲੇਕਿਨ ਐਜ਼ ਅ ਲੀਡਰ ਤੁਸੀਂ ਜਾ ਰਹੇ ਹੋ ਤੇ ਤੁਹਾਡੇ ਕੋਲ ਇਹੋ ਜਿਹੇ ਇਲਾਕਿਆਂ ਜਾ ਰਹੇ ਹੋ ਜਿੱਥੇ ਅਫਗਾਨਿਸਤਾਨ ਅਸੀਂ ਤੁਸੀਂ ਪੁੱਛ ਨਹੀਂ ਸਕਦੇ। ਸਾਡੇ ਉੱਤੇ ਡਰੋਨ ਦੇ ਉੱਤੇ ਗੋਲੀਆਂ ਚੱਲੀਆਂ ਨੇ, AK-47 ਚੱਲੀ, ਸਾਡੇ ਅੱਗੇ ਬੰਦੇ ਮਾਰੇ ਗਏ ਨੇ। ਹੁਣ ਤੁਸੀਂ ਉਸ ਸਿਚੁਏਸ਼ਨ ਦੇ ਅੰਦਰ ਤੁਸੀਂ ਫਿਲਮਿੰਗ ਕਰ ਰਹੇ ਹੋ ਤੇ ਇੱਕ ਨੈਰੇਟਿਵ ਨੂੰ ਤੁਸੀਂ ਬਣਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡੇ ਸਿਰ ਦੇ ਉੱਤੇ ਬੜੀ ਵੱਡੀ ਰਿਸਪੌਂਸਿਬਿਲਿਟੀ ਹੈ। 10 ਐਂਟਨਾ ਲੱਗੇ ਹੋਏ ਨੇ, ਇੰਟੈਲੀਜੈਂਸ ਵਾਲਿਆਂ ਨੂੰ ਤੁਸੀਂ ਦੇਖਣਾ ਹੈ, ਕੋਈ ਤੁਹਾਡੇ ਪਿੱਛੇ ਤੇ ਨਹੀਂ ਲੱਗਿਆ ਹੋਇਆ। ਪੈਸੇ ਕਿੱਥੇ ਜਾ ਰਹੇ ਨੇ, ਖਤਮ ਹੋ ਰਹੇ ਨੇ ਕਿ ਨਹੀਂ ਹੋ ਰਹੇ, ਨੈਰੇਟਿਵ ਨੂੰ ਕਿਸ ਤਰ੍ਹਾਂ ਕੱਢਣਾ ਹੈ, ਬਿਕੋਜ਼ ਇਹ ਸਟੈਲਥ ਮਿਸ਼ਨ ਹੈ। ਤੁਸੀਂ ਇੱਕ ਨੈਰੇਟਿਵ ਨੂੰ ਲੈ ਕੇ ਪੁੱਛਤੇ ਗਏ ਹੋ ਕੰਟਰੀ ਦੇ ਅੰਦਰ, ਲੇਕਿਨ ਤੁਸੀਂ ਉੱਥੋਂ ਜੂਸ ਕੱਢਣਾ ਹੈ, ਉਸ ਨੈਰੇਟਿਵ ਨੂੰ ਬਣਨਾ ਹੈ ਤੇ ਤੁਹਾਡੀ 10 ਅੱਖਾਂ ਹੋਣੀਆਂ ਚਾਹੀਦੀਆਂ ਨੇ। ਉਸ ਸਿਚੁਏਸ਼ਨ ਦੇ ਅੰਦਰ ਤੁਹਾਡੇ ਕੋਲ ਇੱਕ ਇਮੋਸ਼ਨ ਦਾ ਸਕੋਪ ਨਹੀਂ ਹੁੰਦਾ ਭਾਈ ਸਾਹਿਬ ਜੀ। ਸੌਰੀ ਅਗਰ ਇਸ ਨੂੰ ਕਾਫੀ ਲੋਕਾਂ ਨੂੰ ਬੁਰਾ ਲੱਗੇਗਾ ਕਿ ਮੇਰੇ ਕੋਲ ਕੋਈ ਇਮੋਸ਼ਨ ਨਹੀਂ ਹੈ। ਮੈਂ ਇੱਕ ਉਸ ਟਾਈਮ ਇੱਕ ਟਾਸਕ ਕਰ ਰਹੇ ਹਾਂ। ਜਦੋਂ ਆ ਕੇ ਉਹਨੂੰ ਨੈਰੇਟਿਵ ਦੇ ਅੰਦਰ ਬਣਾਂਗੇ ਨਾ, ਔਰ ਜਦੋਂ ਨੈਰੇਟਿਵ ਪਲੇ ਕਰਾਂਗੇ, ਅਗਰ ਤੁਹਾਡੇ ਅੰਦਰ ਅਗਰ ਜਜ਼ਬਾਤ ਜਾਗ ਜਾਣ ਨਾ, ਉਹ ਗੁਰੂ ਨਾਨਕ ਦੀ ਸਮਝ ਆ ਜਾਏ ਕਿ ਸਾਡਾ ਮਿਸ਼ਨ ਅਕੰਪਲਿਸ਼ ਹੋ ਜਾਏਗਾ। ਅਮਰਦੀਪ ਜੀ, ਤੁਸੀਂ ਰਿਸਕ ਲਿਆ ਆਪਣੀ ਜਾਨ ਦਾ, ਤੁਹਾਡੇ ਨਾਲ ਤੁਹਾਡੀ ਵਾਈਫ, ਤੁਹਾਡੀ ਟੀਮ, ਜਿਹੜੇ ਮੁਲਕਾਂ 'ਚ ਤੁਸੀਂ ਜਾ ਸਕੇ, ਪਰਮਿਸ਼ਨ ਨਹੀਂ ਸੀ ਤੁਹਾਨੂੰ ਮਿਲ ਰਹੀ, ਲੇਕਿਨ ਤੁਸੀਂ ਫਿਰ ਵੀ ਕਿਵੇਂ ਉਹ ਪਰਮਿਸ਼ਨਸ ਲਈਆਂ, ਕਿਵੇਂ ਉੱਥੇ ਜਾ ਕੇ ਤੁਸੀਂ ਸ਼ੂਟ ਕੀਤਾ, ਇਹ ਤੇ ਆਪਣੇ ਆਪ ਤੁਹਾਡੀ ਇੱਕ ਆਪਣੀ ਵੱਖਰੀ ਦਾਸਤਾਨ ਹੋਏਗੀ। ਪਰ ਗੁਰੂ ਨਾਨਕ ਦੇਵ ਜੀ ਦੇ ਬਾਰੇ ਬੜੀਆਂ ਮਿਥਸ ਨੇ ਲੋਕਾਂ ਦੇ ਮਨਾਂ ਦੇ ਵਿੱਚ, ਅਜੇ ਤੱਕ ਵੀ ਉਹ ਮਿਥਸ ਚੱਲਦੀਆਂ ਆ ਰਹੀਆਂ। ਲੇਕਿਨ ਤੁਸੀਂ ਗੁਰਬਾਣੀ ਦੇ ਐਂਗਲ ਨਾਲ ਜੋ ਤੁਸੀਂ ਸਿਆਹਤ ਨੂੰ ਰਿਸਰਚ ਕਰਕੇ ਜਾਣ ਕੇ ਫਿਰ ਉਹ ਉਹਨਾਂ ਨਾਲ ਜਗ੍ਹਾਵਾਂ 'ਤੇ ਗਏ ਹੋ, ਤੁਹਾਨੂੰ ਲੱਗਦਾ ਹੈ, ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਬਾਅਦ ਕੋਈ ਹੋਰ ਵਿਅਕਤੀ ਇਹ ਦੁਬਾਰਾ ਕੰਮ ਕਰ ਪਾਏਗਾ, ਕਿਉਂਕਿ ਤੁਹਾਡੇ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ, ਇਹ ਤਾਂ ਸਾਨੂੰ ਪਤਾ ਹੈ। ਤੁਸੀਂ ਉਹ ਪੈੜਾਂ ਤੇ ਚੱਲੇ ਹੋ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਾਫੀ ਹੱਦ ਤੱਕ ਇਨਸਾਫ ਕਰ ਪਾਏ ਹੋ ਜੋ ਕਰਨਾ ਚਾਹੀਦਾ ਸੀ ਉਹਨਾਂ ਦੀ ਉਸ ਏਡੀ ਵਿਸ਼ਾਲ ਜਰਨੀ ਦੇ ਨਾਲ? ਦੇਖੋ ਜੀ, ਇਨਸਾਫ ਤੇ ਇਹ ਹੈ ਨਾ ਕਿ ਅਸੀਂ ਤੇ ਹਿਊਮਨਸ ਹਾਂ, ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ, ਲੇਕਿਨ ਇਹ ਪਤਾ ਹੈ ਕਿ 3.5 ਸਾਲ ਅਸੀਂ ਜ਼ਿੰਦਗੀ ਦੇ ਲਗਾਏ ਨੇ, ਇੱਕ ਦਿਨ ਵੀ ਛੁੱਟੀ ਨਹੀਂ ਲਈ ਹੈ ਅਜੇ ਤੱਕ। ਰਾਈਟ, ਰੋਜ਼ 17 ਘੰਟੇ ਕੰਮ ਹੁੰਦਾ ਸਾਡਾ ਤੇ ਅਸੀਂ ਤੇ ਇਨਸਾਫ ਸ਼ਾਇਦ ਇਹ ਤਾਂ ਤੁਸੀਂ ਦੱਸੋਗੇ ਨਾ, ਜੋ ਦੇਖੋਗੇ ਅਸੀਂ ਇਨਸਾਫ ਕੀਤਾ ਹੈ ਕਿ ਨਹੀਂ ਕੀਤਾ। ਤੁਹਾਡੇ ਅੰਦਰ ਅਗਰ ਥੋੜਾ ਜਿਹਾ ਵੀ ਜਜ਼ਬਾਤ ਜਾਗ ਜਾਵੇ, ਅਗਰ ਲੱਗੇ ਕਿ ਮੈਂ ਕੁਝ ਸਿੱਖ ਗਿਆ ਇਸ ਵਿੱਚੋਂ, ਕਿਉਂਕਿ ਦੇਖੋ ਅੱਜ ਦੇ ਜ਼ਮਾਨੇ 'ਚ ਨਾ ਐਸਾ ਵੀ ਇਸ ਤਰ੍ਹਾਂ ਹੈ ਕਿ ਯੂਥ ਜਿਹੜਾ ਹੈ ਨਾ, ਅੱਜ ਉਹ ਟੈਕਸਟ ਨੂੰ ਪੜ੍ਹ ਨਹੀਂ ਸਕਦਾ, ਉਸਨੂੰ ਲੈਂਗੁਏਜ ਸਮਝ ਨਹੀਂ ਆਉਂਦੀ ਹੋਲੀ। ਰਾਈਟ, ਤੁਹਾਨੂੰ ਅੱਜ ਕੱਲ੍ਹ ਤੇ ਯੂਥ ਗੁਰਬਾਣੀ ਵੀ ਨਹੀਂ ਪੜ੍ਹ ਰਹੀ, ਤੇ ਗੁਰਬਾਣੀ ਨਾਲ ਤੁਸੀਂ ਜਨਮ ਸਾਖੀ ਲਿਟਰੇਚਰ ਜਿਹੜਾ ਇੱਕ ਮੁਹਾਵਰਿਆਂ ਵਿੱਚ ਲਿਖਿਆ ਗਿਆ ਹੈ, ਉਸਨੂੰ ਵੀ ਤੁਸੀਂ ਸਮਝ ਕਿਸ ਤਰ੍ਹਾਂ ਪਾਓਗੇ। ਰਾਈਟ, ਹੁਣ ਤੁਸੀਂ ਉਸ ਯੂਥ ਨੂੰ ਤੁਸੀਂ ਇੱਕ ਨਵੇਂ ਰੂਪ ਦੇ ਅੰਦਰ, ਉਸ ਲੈਂਗੁਏਜ ਦੇ ਅੰਦਰ, ਉਸ ਮੀਡੀਅਮ ਦੇ ਥਰੂ ਤੁਸੀਂ ਇੱਕ ਨਵੀਂ ਜਨਮ ਸਾਖੀ, ਇੱਕ ਉਹਨਾਂ ਦਾ ਪੂਰੀ ਲਾਈਫ ਸਟੋਰੀ ਨੂੰ ਬਣਨ ਦੀ ਕੋਸ਼ਿਸ਼ ਕਰ ਰਹੇ ਹੋ 550 ਸਾਲ ਬਾਅਦ। ਰਾਈਟ, ਆਫ ਕੋਰਸ ਤੁਹਾਡੇ ਕੋਲ ਬੜੀ ਅੜਚਣਾਂ ਆਉਣਗੀਆਂ, ਬੜੀ ਚੈਲੰਜਸ ਆਉਣਗੀਆਂ, ਔਰ ਉਹ ਜਿਹੜਾ ਬਣਨਾ ਜਿਹੜਾ ਹੈਗਾ ਨਾ, ਜਿਹੜਾ ਇਹ ਪੂਰਾ ਚੀਜ਼ ਬਣਨਾ, ਮਤਲਬ ਇਟ ਇਜ਼ ਅ ਬਲੇਸਿੰਗ ਦੈਟ ਕਿ ਅਗਰ ਤੁਸੀਂ ਉਹਨੂੰ ਬਣ ਸਕੋ ਗੁਰਬਾਣੀ ਦੇ ਆਧਾਰ ਤੇ,
ਸੋ ਐਟ ਦੀ ਐਂਡ ਆਫ ਦ ਡੇ ਮੈਂ ਕਹਾਂਗਾ ਕਿ ਜਿਹੜਾ ਇਸ ਦੇ ਅੰਦਰ ਐਕਸਪਲੋਰੇਸ਼ਨਸ ਨੇ ਉਹ ਤੇ ਇੱਕ ਸਿਰਫ ਇੱਕ ਐਕਸਕਿਊਜ਼ ਹੈ। ਮੈਂ ਉਸਨੂੰ ਕਹਿਣਾ ਕਿ ਮੈਂ ਕਿਸ ਤਰ੍ਹਾਂ ਇੱਕ ਯੂਥ ਦਾ ਅਟੈਂਸ਼ਨ ਕਿਸ ਤਰ੍ਹਾਂ ਲਵਾਂ। ਯੂਥ ਦਾ ਅਟੈਂਸ਼ਨ ਮੈਂ ਇਸ ਤਰ੍ਹਾਂ ਲੈ ਸਕਣਾ ਕਿ ਅਗਰ ਮੈਂ ਤਿੱਬਤ ਦੇ ਅੰਦਰ ਵੜ ਗਿਆ, ਮੈਂ ਤਿੱਬਤ ਦੀ ਕਲਚਰ, ਉਸਦੀ ਸੁਸਾਇਟੀ, ਉਸਦੇ ਐਂਗਲਸ, ਕੈਲਾਸ਼ ਮਾਨਸਰੋਵਰ ਦੇ ਉੱਤੇ ਡਰੋਨ ਜਿੱਥੋਂ ਜੋ ਤੁਸੀਂ ਉਡਾ ਨਹੀਂ ਸਕਦੇ ਹੋ, ਉਹ ਸਭ ਲਗਾ ਕੇ ਇੱਕ ਨੈਟ ਜੀਓ ਦੇ ਵਾਂਗਨ ਜਾਂ BBC ਦੇ ਪ੍ਰੋਡਕਸ਼ਨ ਕੁਆਲਿਟੀ ਦੇ ਵਾਂਗਨ ਇੱਕ ਮੈਂ ਅਟੈਂਸ਼ਨ ਖਿੱਚਣ ਦੀ ਕਾਬਲੀਅਤ ਅਗਰ ਰੱਖ ਸਕਾਂ, ਮੈਂ ਉਸਨੂੰ ਵੀਡੀਓਜ਼ ਦੇ ਥਰੂ ਅਟੈਂਸ਼ਨ ਲੈ ਲਵਾਂ ਯੂਥ ਦਾ। ਫਿਰ ਮੈਂ ਨਾਲ ਨਾਲ ਜਦੋਂ ਅਟੈਂਸ਼ਨ ਆ ਗਿਆ ਤੇ ਮੈਂ ਉਹਨੂੰ ਫਿਰ ਦੱਸਣਾ ਸ਼ੁਰੂ ਕਰਾਂ ਗੁਰੂ ਨਾਨਕ ਸਾਹਿਬ ਨੇ ਇੱਥੇ ਕੀ ਗੱਲ ਦੱਸੀ। ਗੱਲ ਤੇ ਇਹ ਹੈ ਕਿ 7 ਮਿੰਟ ਦੀ ਮੈਂ ਉਹ ਪੂਰੀ ਸਟੋਰੀ ਦੇ ਅੰਦਰ ਇੱਕ ਲੋਕੇਸ਼ਨ ਦੇ ਅੰਦਰ 2 ਮਿੰਟ ਦੇ ਅੰਦਰ ਮੈਂ ਤੁਹਾਨੂੰ ਗੁਰੂ ਨਾਨਕ ਦੀ ਸਿੱਖ ਦੇਣੀ ਹੈ। ਲੇਕਿਨ ਅਗਰ ਮੈਂ 2 ਮਿੰਟ ਗੁਰੂ ਨਾਨਕ ਦੀ ਸਿੱਖ ਦੇਣਾ ਸ਼ੁਰੂ ਕਰਾਂਗਾ ਨਾ ਤੇ ਕੋਈ ਸੁਣੇਗਾ ਨਹੀਂ, ਬਿਕੋਜ਼ ਆਈ ਐਮ ਨਾਟ ਅ ਪ੍ਰੀਚਰ ਜੀ। ਬਟ ਇਫ ਯੂ ਟੈਲ ਦ ਹੋਲ ਸਟੋਰੀ ਇਨ ਅ ਪੈਕੇਜ ਡੀਲ, there is hope that the youth will connect to it. Youth की even the adults will connect to it because exploration ਹੋ ਰਹੀ ਹੈ। ਤੁਸੀਂ ਚਾਹੋਗੇ ਕਿ ਮੈਂ ਸੂਫੀ ਸਾਈਟਸ ਦੇਖਾਂ, ਤੁਸੀਂ ਚਾਹੋਗੇ ਜਿੱਥੇ ਕਨਫਰਟੇ ਜੋਗੀ ਰਹਿੰਦੇ ਸਨ। ਬੇਸ਼ੱਕ ਅੱਜ ਕਨਫਰਟਾ ਜੋਗੀ ਪ੍ਰਥਾ ਖਤਮ ਹੋ ਗਈ ਹੈ, ਲੇਕਿਨ ਉਹਨਾਂ ਦੀ ਸਾਈਟਸ ਜਿਹੜੀਆਂ ਨੇ, ਉਹਨਾਂ ਦੀ ਜਿਹੜੀ ਇਮਾਰਤਾਂ ਜਿੱਥੇ ਤਾਰੀਖੀ ਚੀਜ਼ ਪਾਕਿਸਤਾਨ ਦੇ ਅੰਦਰ ਜੇਲਮ ਦੇ ਉੱਤੇ ਔਰ ਟੇਲਾ ਜੋਗੇ ਦੇ ਉੱਪਰ ਜਿਹੜੀ ਉਹਨਾਂ ਦੀ ਖੰਡਰਾਤ ਪਈਆਂ ਨੇ, ਉਹਨਾਂ ਚੋਂ ਤੁਸੀਂ ਅਗਰ ਉਸ ਚੀਜ਼ ਨੂੰ ਅੰਸ਼ ਨੂੰ ਕੱਢ ਕੇ ਲਿਆਓ, ਕਿਉਂ ਨਹੀਂ ਕੋਈ ਇੰਟਰਸਟਿਡ ਹੋਏਗਾ। ਜਦੋਂ ਅੱਖਾਂ ਖੁੱਲ ਜਾਣਗੀਆਂ, ਕੰਨ ਮੈਨੂੰ ਅਟੈਂਸ਼ਨ ਆ ਗਿਆ, ਫਿਰ ਹੁਣ ਅਸੀਂ ਗੁਰੂ ਨਾਨਕ ਦੀ ਗੱਲ ਕਰ ਰਹੇ ਹਾਂ। ਉਸ ਦੇ ਅੰਦਰ ਗੱਲ ਤੇ ਇਹ ਹੈ, ਗੱਲ ਘੁੰਮ ਫਿਰ ਕੇ ਆ ਰਹੀ ਹੈ ਗੁਰਬਾਣੀ ਦੇ ਉੱਤੇ, ਐਂਡ ਗੁਰਬਾਣੀ ਵਿਲ ਅਲਟੀਮੇਟਲੀ touch your heart. We have got something like 300 verses of Guru Nanak Sahib interlaced inside this entire narrative. तो अगर वो गुरबानी जस्टिफिकेशन कर दी है किसी ਦੇ ਹਾਰਟ ਨੂੰ, I think we have done justification. ਬਾਕੀ ਤੇ ਪਬਲਿਕ ਹੀ ਦੱਸੇਗੀ ਨਾ। ਅਮਰਦੀਪ ਜੀ, ਮੈਨੂੰ 1.5 ਸਾਲ ਪਹਿਲਾਂ ਜਦੋਂ 550 ਸਾਲਾ ਗੁਰੂ ਨਾਨਕ ਦੇ ਜਨਮ ਦਿਨ ਮਨਾਏ ਗਏ ਔਰ ਉਸ ਤੋਂ ਬਾਅਦ ਲਾਂਘਾ ਖੁੱਲ੍ਹਿਆ, ਜਾਣ ਦਾ ਮੌਕਾ ਮਿਲਿਆ ਪਾਕਿਸਤਾਨ, ਬੜਾ ਹੀ ਵੱਡਾ ਇੱਕ ਮਨ ਦਾ ਡ੍ਰੀਮ ਸੀ ਜ਼ਿੰਦਗੀ ਦਾ, ਇੱਕ ਨਨਕਾਣਾ ਸਾਹਿਬ ਜਾ ਕੇ ਦਰਸ਼ਨ ਕਰਕੇ ਆਈਏ। ਉਸ ਥਾਂ ਦੇ ਉੱਤੇ 5-7 ਮਿੰਟ ਬੈਠਣ ਦਾ ਮੌਕਾ ਮਿਲਿਆ ਜਿੱਥੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ, ਤੇ ਮੈਨੂੰ ਉਠਾਇਆ ਜਾ ਰਿਹਾ ਸੀ, ਮੇਰੀਆਂ ਅੱਖਾਂ 'ਚ ਹੰਝੂ ਸੀ, ਤੇ ਮੈਂ ਉਸ ਭਾਈ ਸਾਹਿਬ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਕਿ ਮੈਂ ਬੜੀ ਦੂਰੋਂ ਚੱਲ ਕੇ ਆਇਆ, ਮੈਨੂੰ 5 ਮਿੰਟ ਸਿਰਫ ਇੱਥੇ ਬੈਠ ਲੈਣ ਦਿਓ, ਜੋ ਰੂਹ ਨੂੰ ਸਕੂਨ ਮਿਲ ਰਿਹਾ। ਨਨਕਾਣਾ ਸਾਹਿਬ ਗਏ, ਆਪਣੇ ਡੇਰਾ ਸਾਹਿਬ ਗੁਰਦੁਆਰੇ ਗਏ, ਬਹੁਤ ਥੋੜ੍ਹਾ ਜਿਹਾ ਸਮਾਂ ਮਿਲਿਆ, ਕਰਤਾਰਪੁਰ ਸਾਹਿਬ ਗਏ, ਤੇ ਇੱਦਾਂ ਲੱਗਾ ਜੀਵਨ ਸਫਲ ਹੋ ਗਿਆ। ਮਿਲੀਅਨਸ ਐਂਡ ਮਿਲੀਅਨਸ ਲੋਕ ਨੇ ਜਿਨ੍ਹਾਂ ਦਾ ਡਰੀਮ ਹੈ ਜੀਵਨ ਦੇ ਵਿੱਚ ਕਦੀ ਉਹਨਾਂ ਥਾਵਾਂ 'ਤੇ ਜਾ ਕੇ ਦਰਸ਼ਨ ਕਰਕੇ ਆਉਣਾ, ਪਰ ਤੁਸੀਂ ਉਹ ਭਾਗਾਂ ਵਾਲੇ ਇਨਸਾਨ ਹੋ, ਉਹਨਾਂ ਪੈੜਾਂ 'ਤੇ ਚੱਲ ਕੇ ਆਏ ਹੋ ਜਿੱਥੇ ਇੱਥੇ ਗੁਰੂ ਨਾਨਕ ਦੇਵ ਜੀ ਗਏ। ਤਾਂ ਕਾਰਪੋਰੇਟ ਵਰਲਡ ਦੇ ਵਿੱਚ ਤੇ ਮੈਂ ਜਾਣਨਾ ਉਹਨਾਂ ਲੋਕਾਂ ਨੂੰ, ਉਹਨਾਂ ਸਿੱਖ ਜਿਹੜੇ ਸਾਡੇ ਬੜੇ ਵੱਡੇ ਕਾਰਪੋਰੇਟ ਵਰਲਡ ਦੇ ਵਿੱਚ ਇਸ ਲਈ ਸਾਡੇ ਹੀਰੋ ਨੇ, ਅਜੇ ਸਿੰਘ ਬੰਗਾ, ਮੈਂ ਨਾਮ ਲਾਂਗਾ, ਬੜੀ ਲੰਬੀ ਲਿਸਟ ਹੋ ਜਾਏਗੀ। ਬੜਾ ਪੈਸਾ ਕਮਾਇਆ ਉਹਨਾਂ ਲੋਕਾਂ ਨੇ, ਉਹਨਾਂ ਨੇ ਆਪਣੀ ਵੀ ਖੈਰ ਬੜੀ ਉਹਨਾਂ ਦੀ ਵੱਖਰੀ ਕੰਟਰੀਬਿਊਸ਼ਨ ਹੈ, ਪਰ ਤੁਸੀਂ ਸ਼ਾਇਦ ਉਹਨਾਂ ਲੋਕਾਂ 'ਚੋਂ ਇੱਕ ਮਾਤਰ ਐਸੇ ਵਿਅਕਤੀ ਹੋ ਕਿ ਜਿਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ, ਔਰ ਤੁਸੀਂ ਆਪਣੀ ਜਿਹੜੀ ਇੰਟਰਨਲ ਤੁਹਾਡੀ ਆਪਣੀ ਯਾਤਰਾ ਹੈ, ਉਹ ਜਿਹੜੀ ਟਰਾਂਸਫੋਰਮੇਸ਼ਨ ਤੁਹਾਡੀ ਹੋਈ ਹੈ, ਉਹਨੂੰ ਕਿਵੇਂ ਮਹਿਸੂਸ ਕਰਦੇ ਹੋ? ਦੇਖੋ ਜੀ, ਗੱਲ ਇਹ ਆਉਂਦੀ ਹੈ, ਆਪਣੀ ਟਰਾਂਸਫੋਰਮੇਸ਼ਨ ਹੀ ਅਲਟੀਮੇਟਲੀ ਗੱਲ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਇੱਕ ਜਰਨੀ ਦੀ, ਰਾਈਟ। ਅਗਰ ਆਪਣੀ ਟਰਾਂਸਫੋਰਮੇਸ਼ਨ ਨਹੀਂ ਹੋ ਰਹੀ ਹੈ ਤੇ ਫਿਰ ਜ਼ਿੰਦਗੀ ਦੇ ਅੰਦਰ ਕੁਝ ਉਸਦਾ ਮਕਸਦ ਨਹੀਂ ਰਹਿ ਗਿਆ। ਮੈਂ ਕੋਈ ਪਰਫੈਕਟ ਬੰਦਾ ਨਹੀਂ ਹਾਂ, ਮੇਰੇ ਬੜੀ ਖਾਮੀਆਂ ਹੈਗੀਆਂ, ਰਾਈਟ। ਆਈ ਐਮ ਜਸਟ ਅ ਨਾਰਮਲ ਹਿਊਮਨ ਬੀਇੰਗ। ਤੇ ਲੇਕਿਨ ਇਹੀ ਕਹਿ ਸਕਨੇ ਆ, ਇਸ ਸਫ਼ਰ ਨੂੰ ਕਰਨ ਦੇ ਦੌਰਾਨ 2 ਚੀਜ਼ਾਂ ਮੈਂ ਕਹਾਂਗਾ। ਇੱਕ ਤੇ ਤੁਸੀਂ ਕਹਿ ਰਹੇ ਹੋ, ਤੁਸੀਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ 5 ਮਿੰਟ ਵਾਸਤੇ ਬੈਠੇ, ਤੁਹਾਨੂੰ ਹੰਝੂ ਆਏ ਨੇ, ਰਾਈਟ। ਮੈਂ ਤੁਹਾਨੂੰ ਕਹਾਂਗਾ ਤੁਸੀਂ ਇਹਨੂੰ ਦੇਖੋ, ਤੁਸੀਂ ਅਗਰ 20 ਘੰਟੇ ਦੇ ਅੰਦਰ ਤੁਹਾਨੂੰ ਅਗਰ ਇੱਕ ਚੀਜ਼ ਸਮਝ ਆ ਜਾਏ ਨਾ ਕਿ ਹਾਊ ਮਚ ਵੀ ਹੈਵ ਲੋਸਟ। ਗੁਰਬਾਣੀ ਤੇ ਹੈ, ਗੁਰਬਾਣੀ ਤੇ ਤੁਹਾਨੂੰ ਛੂਏਗੀ, ਲੇਕਿਨ ਜੋ ਤੁਸੀਂ ਉਹ ਸਾਈਡਸ ਦੇਖੋਗੇ, ਜੋ ਤੁਸੀਂ ਇੱਕ ਡਾਈਵਰਸਿਟੀ ਜੋ ਸਾਡਾ ਇੱਕ ਪੰਥ ਕਿੱਥੇ ਫੈਲਿਆ ਸੀਗਾ, ਉਸ ਨੂੰ ਤੁਸੀਂ ਟੱਚ ਕਰਨਾ ਸ਼ੁਰੂ ਕਰੋਗੇ ਨਾ, ਤੁਹਾਨੂੰ ਬੜਾ ਦੁੱਖ ਹੋਏਗਾ। ਕਿਉਂਕਿ ਅਸੀਂ ਅੱਜ ਇੱਕ ਬੜੇ ਮਾਇਓਪਿਕ ਮਾਈਂਡਸੈਟ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਦੇਖ ਰਹੇ ਹਾਂ ਅਸੀਂ, ਤੇ ਉਹ ਚੀਜ਼ਾਂ ਸਾਨੂੰ ਫਲੋਰਨ ਦੀ ਓਪਰਚੁਨਿਟੀ ਮਿਲੀ ਹੈ, ਔਰ ਉਸ ਚੀਜ਼ ਨੂੰ ਮੈਂ ਮਹਿਸੂਸ ਕਰਨਾ ਕਿ ਆਈ ਥਿੰਕ ਵੀ ਹੈਵ ਲੋਸਟ। ਮੈਂ ਪੋਜ਼ਿਟਿਵ ਸਪਿਰਿਟ ਵਾਲਾ ਬੰਦਾ, ਬਹੁਤ ਚੀਜ਼ਾਂ ਚੰਗੀ ਚੱਲ ਰਹੀਆਂ ਨੇ, ਮੈਂ ਇਹ ਨਹੀਂ ਕਹਿ ਰਿਹਾ, ਲੇਕਿਨ ਦੂਜਾ ਪੱਖ ਵੀ ਦੇਖਣ ਦੀ ਬਹੁਤ ਜ਼ਰੂਰਤ ਹੈ, ਜੋ ਸਾਨੂੰ ਇਤਨੇ ਵੱਡੇ ਲੈਂਡਸਕੇਪ ਦੇ ਅੰਦਰ ਵੇਖਣ ਨੂੰ ਮਿਲੀਆਂ ਨੇ। ਔਰ ਉਸਨੂੰ ਵੇਖਦੇ ਫਿਰ ਆਪਣੇ ਅੰਦਰ ਜਿਹੜਾ ਇੱਕ ਦੁੱਖ ਪੈਦਾ ਹੁੰਦਾ ਹੈ। ਪੋਜ਼ਿਟਿਵਿਟੀ ਤਾਂ ਹੈ ਹੀ ਹੈ, ਤਾਂ ਹੀ ਤਾਂ ਅਸੀਂ ਕੰਮ ਕਰ ਰਹੇ ਹਾਂ, ਲੇਕਿਨ ਫਿਰ ਆਪਣੀ ਕੀ ਟਰਾਂਸਫੋਰਮੇਸ਼ਨ ਹੋ ਰਹੀ ਹੈ, ਗੱਲ ਇਹ ਆਉਂਦੀ ਹੈ। ਟਰਾਂਸਫੋਰਮੇਸ਼ਨ ਤਾਂ ਇਹੀ ਹੈ ਭਾਈ ਸਾਹਿਬ ਜੀ, ਮੈਂ ਕਹਾਂਗਾ ਹੁਣ
ਅਗਰ ਕੋਈ ਇਹਨੂੰ ਥੋੜੀ ਗਹਿਰੀ ਗੱਲ ਹੈ, ਅਗਰ ਸਮਝਣਾ ਵਾਲਾ ਸਮਝਣ ਚਾਹਵੇ ਤੇ ਠੀਕ ਹੈ, ਲੇਕਿਨ ਮੈਂ ਕਹਾਂਗਾ ਕਿ ਇੱਕ ਨਾ ਇਨਸਾਨ ਪੈਦਾ ਹੁੰਦਾ ਹੈ, ਮਾਂ ਪਿਓ ਦੇ ਦਾਇਰੇ 'ਚ ਹੁੰਦਾ ਹੈ, ਕੰਡੀਸ਼ਨਿੰਗ ਹੁੰਦੀ ਹੈ, ਸਾਨੂੰ ਦੱਸਿਆ ਜਾਂਦਾ ਹੈ ਕੀ ਗਲਤ ਹੈ ਕੀ ਸਹੀ ਹੈ, ਅਸੀਂ ਇੱਕ ਆਪਣੀ ਜ਼ਿੰਦਗੀ ਆਪਣੀ ਚੱਲਦੇ ਹਾਂ, ਕਾਫੀ ਟਾਈਮ ਤੱਕ ਉਸ ਮਾਰਗ ਤੇ ਚੱਲਦੇ ਰਹਿੰਦੇ ਹਾਂ। ਲੇਕਿਨ ਜਦੋਂ ਇਹੋ ਜਿਹੇ ਮੌਕੇ ਆਉਂਦੇ ਨੇ ਨਾ, ਉਹ ਲੱਗਦਾ ਹੈ ਆਂਡਾ ਜਿਹੜਾ ਹੈ ਨਾ, ਅੰਡਾ ਜਿਹੜਾ ਉਹ ਫੁੱਟ ਗਿਆ ਇੱਕਦਮ, ਕੰਡੀਸ਼ਨਿੰਗ ਆਪਣੀ ਖਤਮ ਹੋ ਗਈ ਹੈ। ਹੁਣ ਦੁਨੀਆ ਇੱਕ ਥੋੜੀ ਵੱਡੇ ਦਾਇਰੇ ਨਾਲ ਨਜ਼ਰ ਆਉਂਦੀ ਹੈ। ਮੈਨੂੰ ਹਿੰਦੂ ਮੁਸਲਿਮ ਸਿੱਖ ਸਾਡੀ ਜਿਹੜੀ ਟੀਮ, ਅਗਰ ਤੁਸੀਂ gurunanak.com ਤੇ ਜਾ ਕੇ ਦੇਖੋਗੇ ਨਾ, ਸਾਡੀ ਟੀਮ ਇਜ਼ ਅ ਵੈਰੀ ਡਾਈਵਰਸ ਟੀਮ। ਐਂਡ ਤੁਸੀਂ ਅਗਰ ਕਮੈਂਟਸ ਦੇਖੋਗੇ, ਅਫਗਾਨਿਸਤਾਨ ਦਾ ਫਾਈਨੈਂਸ ਮਿਨਿਸਟਰ, ਐਕਸ ਫਾਈਨੈਂਸ ਮਿਨਿਸਟਰ ਹੂ ਵਾਸ ਅ ਸੈਨ ਹੋਜ਼ੇ ਯੂਨੀਵਰਸਿਟੀ ਦਾ ਡੀਨ, to the Bank of Punjab or Cricket Board, the head in Pakistan, a lady is there, to authors and people from different countries, what they are saying about the documentary series. ਤੇ ਜਦੋਂ ਉਹ ਕੁਝ ਕਹਿੰਦੇ ਨੇ ਕਿ ਅਗਰ ਇਹ ਚੀਜ਼ ਉਹਨਾਂ ਨੂੰ ਟੱਚ ਕਰ ਗਈ ਹੈ, ਤੇ ਸਾਨੂੰ ਇਹ ਡਾਈਵਰਸਿਟੀ ਨਜ਼ਰ ਆਉਂਦੀ ਕਿ ਅਸੀਂ ਜਦੋਂ ਮੇਰਾ ਜਿਹੜਾ ਕੈਮਰਾਮੈਨ ਜਿਹੜਾ ਪਾਕਿਸਤਾਨ ਦਾ ਸਲਮਾਨ ਆਲਮ, ਅਸੀਂ ਤਿੱਬਤ ਗਏ ਹਾਂ, ਤੇ ਉੱਥੇ ਜਦੋਂ ਉਹਨੂੰ ਆਲਟੀਟਿਊਡ ਸਿਕਨੈਸ 21,000 ਫੁੱਟ ਤੇ ਹੋ ਗਈ ਤੇ ਕੈਮਰਾ ਉਸ ਕੋਲੋਂ ਉਠਾਇਆ ਨਹੀਂ ਜਾ ਰਿਹਾ, ਅਸੀਂ ਡਿਸੀਜਨ ਲਿਆ ਲੈਟਸ ਅਬੈਂਡਨ ਇਟ ਬਿਕਾਜ਼ ਦਿਸ ਕੈਨ ਲੂਜ਼ ਹਿਸ ਲਾਈਫ, ਅਸੀਂ ਚਲੀਏ ਵਾਪਸ ਥੱਲੇ, ਰਾਈਟ, ਬਿਕਾਜ਼ ਆਲਟੀਟਿਊਡ ਸਿਕਨੈਸ ਹੋਇਆ, ਯੂ ਹੈਵ ਟੂ डिसेंड ਇਮੀਡੀਏਟਲੀ। ਲੇਕਿਨ ਸਾਨੂੰ उसने ਕੀ किया, अमरदीप साहब 6 महीने से लगे हुए हैं, अगर अभी मुड़ गए ना तो जिंदगी भर ये खलता रहेगा कि यार वहां तक पहुंच के काम नहीं पूरा कर पाए। सो ये जरा अंडा है ना, जरा बाउंड्रीज दा कि यू वर्सेस मी, ये सारा खत्म हो गया है, एंड दैट इज द बिगेस्ट ट्रांसफॉर्मेशन। बहुत बहुत शुक्रिया अमरदीप, बहुत बहुत शुक्रिया। ਤੁਹਾਨੂੰ ਕੀ ਕਹੀਏ, ਸ਼ੁਭ ਕਾਮਨਾਵਾਂ ਦੇ ਸਕਦੇ ਹਾਂ, ਬੈਸਟ ਵਿਸ਼ੇਸ ਦੇ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ ਕਿ ਤੁਸੀਂ ਜਿਹੜਾ ਉਹੀ ਗੱਲ ਆ ਗਈ ਕਿ ਇੱਕ ਮਾਂ ਇੱਕ ਬੱਚੇ ਨੂੰ 9 ਮਹੀਨੇ ਪੇਟ 'ਚ ਰੱਖੇ, ਫਿਰ ਜਦੋਂ ਉਸ ਨੂੰ ਉਹਨੇ ਜਨਮ ਦੇਣਾ, ਜਿਹੜੀ ਉਹ ਪੀੜਾ ਹੈ ਉਹ ਮਾਂ ਹੀ ਜਾਣ ਸਕਦੀ ਹੈ, ਪਰ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਜਿਹੜੀ ਉਹਦੇ ਅੰਦਰ ਖੁਸ਼ੀ ਹੁੰਦੀ ਹੈ ਉਹ ਵੀ ਫਿਰ ਬਿਆਨ ਕਰਨੀ ਮੁਸ਼ਕਿਲ ਹੈ। ਤਾਂ ਆਈ ਐਮ ਸ਼ੋਰ ਕਿ ਜਿਹੜੀ ਪੀੜਾ 'ਚੋਂ ਤੁਸੀਂ ਗੁਜ਼ਰੇ ਹੋ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਦੇ ਲਈ, ਹੁਣ ਜਦੋਂ ਤੁਹਾਨੂੰ ਖੁਸ਼ੀ ਉਹ ਹੋਏਗੀ, ਤੁਹਾਡੇ ਮਨ ਦੇ ਵਿੱਚ ਇੱਕ ਸਕੂਨ, ਇੱਕ ਤਸੱਲੀ ਜ਼ਰੂਰ ਹੋਏਗੀ ਕਿ ਮੈਂ ਕਰ ਪਾਇਆ, ਮੇਰਾ ਡਰੀਮ ਵਿੱਚ ਨਹੀਂ ਰਹਿ ਗਿਆ, ਮੈਂ ਕੰਪਲੀਟ ਕਰ ਪਾਇਆ। ਤਾਂ ਮੈਂ ਲਾਸਟ ਦੇ ਵਿੱਚ ਇੱਕ ਅਪੀਲ ਕਰਨ ਲੱਗਾ ਆਪਣੇ ਜਿੰਨੇ ਵੀ ਲਿਸਨਰਸ ਨੂੰ। ਇਹ ਇੰਟਰਵਿਊ ਦੇ 2 ਮਕਸਦ ਸੀ, ਇੱਕ ਤਾਂ ਇਹਨਾਂ ਦਾ ਜਿਹੜਾ ਕੰਮ ਉਹਦੀ ਗੱਲ ਕਰਨੀ, ਜਿਹੜਾ ਹਜੇ ਵੀ ਅਸੀਂ ਪੂਰੀ ਨਹੀਂ ਕੀਤੀ, ਮੇਰੇ ਹਿਸਾਬ ਨਾਲ ਸਮਾਂ ਜਾਂ ਇਜਾਜ਼ਤ ਨਹੀਂ ਦੇ ਰਿਹਾ। ਦੂਸਰਾ ਇਹ ਹੈ ਕਿ ਇਹਨਾਂ ਦੇ ਕੰਮ ਕੁਝ ਹਜੇ ਰੁਕੇ ਹੋਏ ਹੈ, ਉਹਦੇ 'ਚ ਇਹਨਾਂ ਨੂੰ ਫਾਈਨੈਂਸ਼ੀਅਲ ਕੁਝ ਕੰਸਟ੍ਰੇਂਟਸ ਵੀ ਆ ਰਹੀਆਂ, ਔਰ ਇਹ ਕਹਿ ਨਹੀਂ ਰਹੇ, ਪਰ ਮੈਨੂੰ ਪਤਾ ਹੈ ਕਿ ਇਹਨਾਂ ਨੂੰ ਫਾਈਨੈਂਸ਼ੀਅਲ ਕੰਸਟ੍ਰੇਂਟਸ ਆ ਰਹੀਆਂ। ਇਹ ਬਿਲਕੁਲ ਹੁਣ ਇਸ ਐਸੀ ਸਟੇਜ ਤੇ ਖੜੇ ਹੋ ਗਏ ਹੈ, ਇੱਕ ਪਾਸੇ ਇਹਨਾਂ ਕੋਲ ਡੈਡਲਾਈਨ ਹੈ ਇਸ ਨੂੰ ਕੰਪਲੀਟ ਕਰਨਾ, ਉਹਦੇ ਬੜੇ ਰੀਜ਼ਨ ਹੈ, ਔਰ ਦੂਜੇ ਪਾਸੇ ਇਹਨਾਂ ਨੂੰ ਹੁਣ ਬਹੁਤ ਸਾਰੇ ਹੋਰ ਹਜੇ ਫੰਡਿੰਗ ਦੀ ਲੋੜ ਹੈ, ਫਾਈਨੈਂਸ਼ੀਅਲ ਸਪੋਰਟ ਦੀ ਵੀ ਲੋੜ ਹੈ। ਤਾਂ ਇਹਨਾਂ ਨੇ ਨਹੀਂ ਸੀ ਕਿਹਾ ਗੱਲ ਕਰਨ ਨੂੰ, ਇਹ ਮੈਂ ਆਪਣੇ ਵੱਲੋਂ ਤੁਹਾਨੂੰ ਬੇਨਤੀ ਕਰ ਰਿਹਾ। ਮੈਨੂੰ ਪਤਾ ਸਾਡੀ ਕਮਿਊਨਿਟੀ ਦੇ ਵਿੱਚ ਬੜੇ ਲੋਕ ਨੇ ਜਿਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਪ੍ਰਮਾਤਮਾ ਨੇ, ਔਰ ਫਾਈਨੈਂਸ਼ੀਅਲੀ ਵੈਲ ਆਫ ਨੇ, ਔਰ ਮੈਂ ਬੜੇ ਲੋਕਾਂ ਨੂੰ ਜਾਣਨਾ ਜਿਹੜੇ ਦਿਲ ਖੋਲ੍ਹ ਕੇ ਜਦੋਂ ਕਿਤੇ ਵੀ ਅਸੀਂ ਤੁਹਾਨੂੰ ਕੋਈ ਅਪੀਲ ਕਰਦੇ ਹਾਂ ਤੇ ਤੁਸੀਂ ਅੱਗੇ ਵੱਧ ਕੇ ਮਦਦ ਕਰਦੇ ਹੋ। ਤਾਂ ਜੇ ਤੁਸੀਂ ਚਾਹੋ ਇਸ ਨੇਕ ਕੰਮ ਦੇ ਵਿੱਚ, ਇਸ ਅੱਛੇ ਕੌਜ਼ ਦੇ ਵਿੱਚ, ਨੋਬਲ ਕੌਜ਼ ਦੇ ਵਿੱਚ ਛੋਟਾ ਜਿਹਾ ਵੱਡਾ ਕੋਈ ਵੀ ਕੰਟਰੀਬਿਊਸ਼ਨ ਪਾ ਸਕਦੇ ਹੋ। ਤੇ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਕਿ ਇਹ ਹਜੇ ਇਹਨਾਂ ਨੂੰ ਲੋੜ ਹੈ, ਇਹ ਕਹਿ ਨਹੀਂ ਰਹੇ, ਪਰ ਸੱਚਾਈ ਇਹੀ ਹੈ ਕਿ ਹੁਣ ਅਗਲੇ ਮਹੀਨੇ 2 3 4 ਮਹੀਨੇ 'ਚ ਇਹਨਾਂ ਨੂੰ ਬੜੀ ਜਲਦੀ ਆਪਣਾ ਕਈ ਕਾਰਨਾਂ ਕਰਕੇ ਪ੍ਰੋਜੈਕਟ ਕੰਪਲੀਟ ਕਰਨਾ ਪੈਣਾ। ਤਾਂ ਮੇਰੀ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਸੰਪਰਕ ਕਰਿਓ, ਜੋ ਇਹਨਾਂ ਦੀ ਹੈਲਪ ਕਰ ਸਕਦੇ ਹੋ, ਜਿਸ ਤਰ੍ਹਾਂ ਵੀ ਕਰ ਸਕਦੇ ਹੋ। ਇਹ ਗੁਰੂ ਨਾਨਕ ਦਾ ਕੌਜ਼ ਹੈ, ਇਹਨਾਂ ਦਾ ਕੌਜ਼ ਨਹੀਂ ਹੈ, ਇਹ ਸਾਰੀ ਕੌਮ ਦਾ ਕੌਜ਼ ਹੈ, ਪੰਥ ਦਾ ਕੌਜ਼ ਹੈ। ਤੇ ਤੁਸੀਂ ਵੀ ਆਪਣੇ ਆਪ ਨੂੰ ਭਾਗਾਂ ਵਾਲੇ ਮਹਿਸੂਸ ਕਰੋਗੇ ਕਿ ਤੁਸੀਂ ਇਹਦੇ 'ਚ ਥੋੜ੍ਹਾ ਜਿਹਾ ਯੋਗਦਾਨ ਪਾ ਸਕੇ। ਇੱਕ ਤੇ ਇਹਨੂੰ ਦੇਖੋ ਜੀ, ਇੱਕ ਤੇ ਇਹਨੂੰ ਦੇਖੋ, ਮੇਰੀ ਅਪੀਲ ਕਰ ਲੈਂਦੇ ਹੋ ਜੀ, ਇੱਕ ਤੇ ਦੇਖਿਓ ਜ਼ਰੂਰ ਇਸ ਡਾਕੂਮੈਂਟਰੀ ਨੂੰ, ਦੱਸੋ ਦੂਰ ਦੂਰ ਤੱਕ ਮੈਸੇਜ ਪਹੁੰਚਾਓ। ਤੇ ਦੂਸਰਾ ਇਹ ਕਿਵੇਂ, ਇਹ ਤੁਸੀਂ ਅਮਰਦੀਪ ਜੀ ਕੁਝ ਕਹਿਣਾ ਚਾਹੁੰਦੇ ਹੋ? ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹੜੇ ਲੋਕ ਤੁਹਾਨੂੰ ਕਿਸੇ ਤਰ੍ਹਾਂ ਨਾਲ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ, ਜਿਸ ਤਰ੍ਹਾਂ ਵੀ ਹੋ ਸਕਦਾ ਹੈਲਪ ਕਰਨਾ ਚਾਹੁੰਦੇ ਆ, ਮੈਂ ਚਾਹਾਂਗਾ ਕਿ ਪਲੀਜ਼ ਦਿਓ ਜਾਣਕਾਰੀ। ਸੋ ਮੈਂ ਛੋਟਾ ਜਿਹਾ ਤੁਹਾਨੂੰ ਦੱਸਣਾ ਕਿ ਐਕਚੁਅਲੀ इंग्लिश के अंदर 3.5 साल के अंदर एक डॉक्यू सीरीज कंप्लीट हो गई है। ये अगर कोई भी देखना चाहे, दी गुरु नानक एज वन वर्ड, उससे अगर दी THE विचकार कोई स्पेस नहीं छड़नी .com, दी gurunanak.com वैबसाइट ते तुसी जाके सारे एपिसोड्स लिखे हुए ने, ट्रेलर भी उत्थे है, तुसी देखो, साडे अगले प्रोजेक्ट्स दा भी डिटेल्स उत्थे लिखे हुए ने। ये ते इंग्लिश ਅਸੀਂ 3.5 साल कंप्लीट कर दी है। साडा जिहड़ा मकसद अजे है
ਜੋ ਲੋਕਾਂ ਨੇ ਰਿਵਿਊ ਕੀਤਾ ਉਹਨਾਂ ਨੇ ਕਿਹਾ ਹੈ ਸਾਨੂੰ ਕਿ ਦਿਸ ਇਜ਼ ਅ ਨੈਸ਼ਨਲ ਜਿਓਗ੍ਰਾਫਿਕ ਕਾਈਂਡ ਆਫ ਅ ਕੰਟੈਂਟ, ਇਸ ਨੂੰ ਅਗਰ ਤੁਸੀਂ ਪੰਜਾਬੀ ਔਰ ਹਿੰਦੀ ਵਿੱਚ ਟਰਾਂਸਲੇਟ ਨਹੀਂ ਕੀਤਾ ਤੇ ਇਹ ਮਾਸਸ ਤੱਕ ਨਹੀਂ ਪਹੁੰਚੇਗੀ। ਅਸੀਂ ਕਰਨ ਨੂੰ ਤਿਆਰ ਹਾਂ, ਲੇਕਿਨ ਈਚ ਐਪੀਸੋਡ ਕਾਸਟ ਮਨੀ ਔਨ ਨੈਕਸਟ ਲੈਂਗੁਏਜ ਕਰਨ ਵਾਸਤੇ, ਤੇ ਉਹਦੇ ਵਾਸਤੇ ਸਾਨੂੰ we need to raise about $120,000 for Punjabi and $120,000 for Hindi। ਉਸ ਤੋਂ ਬਾਅਦ ਸਾਡੇ ਅਗਲੇ ਪ੍ਰੋਜੈਕਟਸ ਨੇ, ਲੇਕਿਨ ਉਹ ਬਾਅਦ ਦੀ ਗੱਲ ਹੈ। ਰਾਈਟ ਨਾਓ ਅਸੀਂ ਪੰਜਾਬੀ ਦਾ ਕਰਨਾ ਹੈ, ਤੇ ਐਨੀਵਨ ਵਾਂਟਸ ਟੂ ਸਪੋਰਟ, ਤੁਹਾਡੇ ਕੋਲ ਆਪਸ਼ਨਸ thegurunanak.com ਵਿੱਚ ਹੈ, ਉੱਥੇ ਜਾ ਕੇ ਸਪੋਰਟ ਕਰ ਸਕਦੇ ਹੋ। ਅਗਰ ਕੰਟੈਕਟ ਕਰਨਾ ਹੈ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਈਮੇਲ ਐਡਰੈਸ ਵਗੈਰਾ ਉਸ ਵਿੱਚ ਹੈ। ਐਂਡ ਇਤਨਾ ਹੀ ਕਹਿੰਦੇ ਹੋਏ ਥੈਂਕ ਯੂ ਵੈਰੀ ਮਚ ਰਾਜਿੰਦਰ ਜੀ, ਤੁਸੀਂ ਮੌਕਾ ਦਿੱਤਾ, ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ। ਆਪਣਾ ਨੰਬਰ ਤੁਸੀਂ ਆਪਣੀ ਜ਼ੁਬਾਨੀ ਬੋਲ ਦਿਓ, ਜੇ ਤੁਹਾਨੂੰ ਕੋਈ ਫੋਨ ਕਰਕੇ ਤੁਹਾਨੂੰ ਕੋਈ ਜਾਣਕਾਰੀ ਲਵੇ ਕਿ ਕਿਵੇਂ ਫੰਡ ਤੁਹਾਨੂੰ ਟ੍ਰਾਂਸਫਰ ਕਰ ਸਕਦਾ ਹੈ। ਬਹੁਤੇ ਲੋਕਾਂ ਨੂੰ ਕਈ ਵਾਰੀ ਨਹੀਂ ਵੀ ਜਾਣਕਾਰੀ ਹੁੰਦੀ। ਹਾਂ, ਵੈਬਸਾਈਟ ਤੇ ਅਗਰ ਸੌਖਾ ਹੈ ਮਨੀ ਟ੍ਰਾਂਸਫਰ ਕਰਨੀ, ਆਈ ਬਲੀਵ ਕਿ ਉਹਨਾਂ ਲਈ ਠੀਕ ਰਹੇਗਾ। ਪਰ ਤੁਸੀਂ ਆਪਣਾ ਨੰਬਰ, ਤੁਹਾਨੂੰ ਕੋਈ ਸੰਪਰਕ ਕਰਨਾ ਚਾਹੇ, ਇਜ਼ ਇਟ ਓਕੇ ਤੁਹਾਨੂੰ ਕੋਈ ਸੰਪਰਕ ਕਰ ਸਕੇ? तो मेरा नंबर हैगा, मैं सिंगापुर विच बेस्ड हाँ, ते सिंगापुर कोड हैगा +65 जी, ये सिंगापुर कोड है। उस तो अगे मेरा जो नंबर है 9832650508। लो जी, मैं 9832650508, इस दे अगे +65 लगा देना। लो जी, मैं नंबर फिर बोल देना जी। 65 एरिया कोड है सिंगापुर दा, 9832650508। ਇਹ WhatsApp ਦੇ ਉੱਤੇ ਵੀ ਹੈਗੇ, ਇਹੀ ਨੰਬਰ ਇਹਨਾਂ ਦਾ WhatsApp ਦਾ ਵੀ ਹੈ। ਔਰ ਫਿਰ ਮੈਂ ਰਿਪੀਟ ਕਰ ਰਿਹਾ ਤੀਸਰੀ ਵਾਰੀ, 65 ਇਹਨਾਂ ਦਾ ਏਰੀਆ ਕੋਡ, 9832650508। ਅਸੀਂ ਸਕਰੀਨ ਦੇ ਉੱਤੇ ਵੀ ਇਹ ਨੰਬਰ ਤੁਹਾਨੂੰ ਡਿਸਪਲੇ ਕਰ ਦਿਆਂਗੇ। ਈਮੇਲ ਵੀ ਦੇਣਾ ਚਾਹੋ, ਈਮੇਲ ਅਗਰ एक्चुअली thegurunanak.com बेस्ट है, ਤੁਸੀਂ ਚਲੇਗੇ ਤੇ ਤੁਹਾਨੂੰ ਈਮੇਲ ਮਿਲ ਜਾਏਗਾ। ਬਸ ਯਾਦ ਰੱਖੋ ਗੁਰੂ ਨਾਨਕ ਸਾਹਿਬ thegurunanak.com, ਉੱਥੇ ਜਾ ਕੇ ਸਭ ਕੁਝ ਮਿਲ ਜਾਏਗਾ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਅਮਰਦੀਪ। ਜਦੋਂ ਦੇਖਾਂਗੇ ਡਾਕੂਮੈਂਟਰੀ ਸੀਰੀਜ਼ ਨੂੰ ਤੁਹਾਨੂੰ ਫਿਰ ਸੰਪਰਕ ਕਰਾਂਗੇ ਦੁਬਾਰਾ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਸਿੰਗਾਪੁਰ ਤੋਂ ਜੁੜੇ ਹੋਏ ਅਮਰਦੀਪ ਹੋਣੀ।